ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਫਿਰ ਪ੍ਰੋਗਰਾਮ ਲੈ ਕੇ, ਜਿਹਦੇ ਵਿੱਚ ਰੋਜ਼ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਅਸੀਂ ਇੱਕ ਐਜੂਕੇਸ਼ਨ ਐਕਸਪਰਟ ਨੂੰ ਤੁਹਾਡੇ ਅੱਗੇ ਹਾਜ਼ਰ ਕਰ ਸਕੀਏ, ਜਿਹੜੇ ਕੈਰੀਅਰ ਕਾਉਂਸਲਿੰਗ ਕਰਕੇ ਇੱਕ ਦੇਸ਼ ਤੋਂ ਪ੍ਰਦੇਸ਼ ਜਾਣ ਵਾਲੇ ਸਟੂਡੈਂਟ ਲਈ ਜਿਹੜੀ ਵੱਧ ਤੋਂ ਵੱਧ ਨੌਲੇਜ ਲੈ ਕੇ ਤੁਹਾਡੇ ਅੱਗੇ ਸ਼ੇਅਰ ਕਰ ਸਕਣ ਇਸ ਸ਼ੋਅ ਦੇ ਥਰੂ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਸੱਦਾ ਦਿੱਤਾ ਹੈ, ਜਿਹੜੇ ਮੈਡਵੇ ਤੋਂ ਜਗਜੀਤ ਜੀ ਸਾਡੇ ਨਾਲ ਨੇ, ENZRA ਮੈਂਬਰ ਵੀ ਨੇ, ਤੇ ਖਾਸ ਕਰ ਨਿਊਜ਼ੀਲੈਂਡ ਦੇ ਜੇ ਕਹੂੰਗਾ ਕਾਫੀ ਐਕਸਪਰਟ ਨੇ। ਅੱਜ ਨਿਊਜ਼ੀਲੈਂਡ ਜਾਣ ਵਾਲੇ ਬੱਚੇ ਲਈ ਨਿਊਜ਼ੀਲੈਂਡ ਕਿਉਂ ਜਾਣਾ ਚਾਹੀਦਾ, ਕਿਵੇਂ ਜਾਣਾ ਚਾਹੀਦਾ, ਤੇ ਖਾਸ ਕਰ ਕੀ ਐਡਵਾਂਟੇਜਸ ਨੇ, ਲੈਵਲ ਆਫ ਸਟੱਡੀ, ਕੁਆਲਿਟੀ ਆਫ ਐਜੂਕੇਸ਼ਨ ਕੀ ਹੈ, ਇਹ ਸਾਰੀ ਡਿਸਕਸ਼ਨ ਉਹਨਾਂ ਨਾਲ ਕਰਾਂਗੇ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਜਗਜੀਤ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਰਾ ਜਿਹੜਾ ਅਸੀਂ ਸ਼ੋਅ ਦਾ ਸਮਾਂ ਡੈਡੀਕੇਟ ਕਰਾਂਗੇ ਨਿਊਜ਼ੀਲੈਂਡ ਨੂੰ। ਜਿਹੜੇ ਬੱਚੇ ਇਸ ਸ਼ੋਅ ਦੇ ਨਾਲ ਜੁੜੇ ਹੋਏ ਨੇ ਉਹ ਕਾਪੀ ਪੈਨ ਲੈ ਕੇ ਨੋਟ ਵੀ ਕਰ ਸਕਦੇ ਨੇ ਕੀ ਕੁਝ ਨੀਡ ਹੈ ਨਿਊਜ਼ੀਲੈਂਡ ਬਾਰੇ। ਹਰ ਛੋਟੀ ਤੋਂ ਛੋਟੀ ਗੱਲ ਉਹਨਾਂ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਟੀਵੀ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਵੀ ਤੁਸੀਂ ਕਾਲ ਕਰਕੇ ਆਪਣੇ ਕੋਈ ਵੀ ਮਨ ਦੇ ਵਿੱਚ ਡਾਊਟਸ ਨੇ, ਕੋਈ ਕਲੀਅਰ ਕਰਨਾ ਚਾਹੁੰਦੇ ਹੋ, ਕੋਈ ਕਨਫਿਊਜ਼ਨ ਹੈ, ਉਹ ਵੀ ਉਹਨਾਂ ਨਾਲ ਕਲੀਅਰ ਕਰ ਸਕਦੇ ਹੋ। ਖਾਸ ਕਰ ਇਹਨਾਂ ਦੇ ਆਫਿਸਿਸ ਦੇ ਵਿੱਚ ਵਿਜ਼ਿਟ ਵੀ ਕੀਤਾ ਜਾ ਸਕਦਾ। ਸ਼ੁਰੂਆਤ ਨਿਊਜ਼ੀਲੈਂਡ ਤੋਂ ਕਰੂੰਗਾ ਇਸ ਲਈ ਕਿਉਂਕਿ ਅੱਜ ਸਟੂਡੈਂਟ ਜਦੋਂ ਆਈਲੈਟਸ ਕਰਦਾ ਹੈ ਜਾਂ ਨਹੀਂ ਕੀਤੀ, ਜਿਹਨੇ ਨੰਬਰ ਹੈਗੇ ਨੇ, ਇੰਗਲਿਸ਼ ਕਮਿਊਨੀਕੇਸ਼ਨਸ ਉਹਦੀਆਂ ਨੇ, ਮੈਂ ਦੋਨੋਂ ਸਟੂਡੈਂਟਸ ਦੀ ਗੱਲ ਕਰ ਰਿਹਾ, ਕਨਫਿਊਜ਼ ਹੁੰਦਾ ਦੋ ਡੈਸਟੀਨੇਸ਼ਨਸ ਨੂੰ ਲੈ ਕੇ। ਫਸਟ ਕ੍ਰੇਜ਼ ਚੱਲ ਰਿਹਾ ਆਸਟ੍ਰੇਲੀਆ, ਸੈਕਿੰਡ ਵਨ ਇਜ਼ ਨਿਊਜ਼ੀਲੈਂਡ। ਜੇ ਦੋਨਾਂ ਨੂੰ ਡਿਫਰੈਂਸ਼ੀਏਟ ਕਰੋਗੇ ਕਿਵੇਂ ਦੇਖਦੇ ਹੋ ਸਟੱਡੀ ਲੈਵਲ, ਕੁਆਲਿਟੀ ਆਫ ਐਜੂਕੇਸ਼ਨ ਇੱਕ ਬੱਚੇ ਦੇ ਫਿਊਚਰ ਨੂੰ ਲੈ ਕੇ? ਸੀ ਨਿਊਜ਼ੀਲੈਂਡ ਦੀ ਬੇਸਿਕਲੀ ਜਿਹੜਾ USP ਹੈ, ਸੈਲਿੰਗ ਪੁਆਇੰਟ ਕਹਿੰਦੇ ਨੇ ਜਿਵੇਂ USP ਨੂੰ, ਉਹਦਾ ਹੈ ਕਿ ਲੋ ਕਾਸਟ ਆਫ ਲਿਵਿੰਗ, ਹਾਈ ਸਟੈਂਡਰਡ ਆਫ ਲਿਵਿੰਗ। ठीक है, ਜਿਹੜਾ स्टैंडर्ड ऑफ लिविंग है काफ़ी हाई है, इट्स सिमिलर टू ऑस्ट्रेलिया और कैनेडा और UK और एनी अदर यूरोपियन कंट्री प्रॉब्लम। तो लेकिन ਜਿਹੜਾ कॉस्ट ਤੁਸੀਂ ਇਨਕਰ ਕਰਦੇ ਹੋ स्टैंडर्ड ऑफ लिविंग वाला ਤੁਸੀਂ अगर कंपेयर करोगे ऑलमोस्ट हाफ आ उन कंट्रियां जी, ऑलमोस्ट हाफ है। तो ये बहुत बड़ा एक USP है। सेकेंड पर्टिकुलरली इंडियन स्टूडेंट वास्ते ਜਿਹੜੇ कि सेफ इन्वायरमेंट 'ਚ पढ़ना चाहते कुड़ियां या मुंडे जो भी है ਜਿਹੜਾ ਪੜ੍ਹਨ ਜਾ ਰਿਹਾ ਜਾਂ ਪੈਰੈਂਟਸ ਵਾਸਤੇ ਇੱਕ ਸੇਫਰ ਸਾਈਡ ਪਰ ਨਿਊਜ਼ੀਲੈਂਡ ਇਜ਼ ਦ ਬੈਸਟ ਕੰਟਰੀ ਟੂ ਸਟੱਡੀ। ਰੀਸੈਂਟ ਰੈਂਕਿੰਗ ਦੇ ਹਿਸਾਬ ਨਾਲ ਨਿਊਜ਼ੀਲੈਂਡ ਹੈਜ਼ ਬੀਨ ਰੈਂਕਡ ਟੌਪ 5 ਕੰਟਰੀਜ਼ ਇਨ ਦ ਵਰਲਡ ਇਨ ਟਰਮਸ ਆਫ ਲਿਵਿੰਗ ਔਰ ਪ੍ਰੋਬਲੀ ਕਿਸੇ ਨੂੰ ਜਾਣਾ ਹੈ ਜਾਂ ਉੱਥੇ ਆਪਣਾ ਇੱਕ ਫਿਊਚਰ ਬਣਾਉਣਾ ਹੈ ਉਹਦੇ ਵਾਸਤੇ। ਇੱਕ ਹੋਰ ਰੈਂਕਿੰਗ ਆ ਆਕਲੈਂਡ ਵਾਸਤੇ। ਆਕਲੈਂਡ ਜਿਹੜੀ ਹੈ ਟੌਪ 10 ਸਿਟੀਜ਼ 'ਚ ਰੈਂਕ ਹੋਈ ਹੈ ਇਨ ਟਰਮਸ ਆਫ स्टैंडर्ड ऑफ लिविंग या किसी ने अगर रहना है बेस्ट प्लेस टू लिव जिमें कहते हैं ना, ਉਹਦੀ अगर रैंकिंग देखोगे तो ऑकलैंड टॉप 10 सिटीज़ ਵਿੱਚ। तो इस रैंकिंग्स दर्शांदी है कि न्यूजीलैंड कितना एडवांस्ड आ, बेसिकली ਉਹਦੇ ਜਿਹੜਾ इंफ्रास्ट्रक्चर आ कितना डेवलप्ड आ, ਉਹਦੇ 'ਚ ਜਿਹੜੀ अपॉर्चुनिटीज़ आ वो कितनी है। फॉर एग्जाम्पल अगर कोई कंट्री, मैं फॉर एग्जाम्पल एग्जाम देना कैनेडा या ਆਸਟ੍ਰੇਲੀਆ ਤੁਸੀਂ ਕਹਿ ਰਹੇ ਹੋ ਜਾਂ ਨਿਊਜ਼ੀਲੈਂਡ, ਇਹ PR ਆਪਸ਼ਨ ਨੂੰ ਇੱਕ ਪ੍ਰਮੋਟ ਕਰਦੇ ਨੇ ਕਿ ਸਟੂਡੈਂਟ ਅਗਰ ਸਕਿਲਡ ਆ या वो पढ़ाई करता उस कंट्री 'ਚ और जॉब ਉਹਨੂੰ ਰੈਲੇਵੈਂਟ ਮਿਲਦੀ ਹੈ ਤਾਂ ਉਹਨੂੰ ਸੈਟਲ ਡਾਊਨ ਦਾ ਆਪਸ਼ਨ। ਇਹਦਾ ਮਤਲਬ ਜਿਹੜੀ ਪਾਲਿਸੀ ਆਪਾਂ ਗੱਲ ਕਰਦੇ ਸਟੱਡੀ ਵਰਕ ਐਂਡ ਸੈਟਲ ਦੀ, ਉਹਦਾ ਮਤਲਬ ਇਹ ਹੈ ਕਿ ਉਸ ਕੰਟਰੀ ਨੂੰ ਸਕਿਲਡ ਬੰਦਿਆਂ ਦੀ ਜ਼ਰੂਰਤ ਹੈ। ਉਹ ਚਾਹੁੰਦੇ ਨਹੀਂ ਕਿ ਸਟੂਡੈਂਟ ਉੱਥੇ ਆ ਕੇ ਪੜ੍ਹਨ, ਜੌਬ ਕਰਨ ਔਰ ਉੱਥੇ ਸੈਟਲ ਡਾਊਨ ਹੋਣ, ਉਹੀ ਇਕਨੋਮੀ 'ਚ ਉਹਨੂੰ ਆਪਣੇ ਆਪ ਨੂੰ ਇਨਵੋਲਵ ਕਰਨ ਤਾਂ ਕਿ ਉਹ ਫਾਇਦਾ ਹੋ ਉਸ ਕੰਟਰੀ ਨੂੰ। ਜੀ ਜਦੋਂ ਅਸੀਂ ਪਿਛਲੇ ਥੋੜੇ ਸਮੇਂ ਦੌਰਾਨ ਝਾਤ ਮਾਰੀਏ ਤਾਂ ਹਮੇਸ਼ਾ ਨਿਊਜ਼ੀਲੈਂਡ ਵੱਲ ਇੰਨਾ ਜ਼ਿਆਦਾ ਬੱਚੇ ਨੂੰ ਝੁਕਾਅ ਨਹੀਂ ਰਿਹਾ। ਹਾਂਜੀ, ਹਮੇਸ਼ਾ ਹੁੰਦਾ ਸੀ ਵੀ ਜਿਹੜਾ ਆਸਟ੍ਰੇਲੀਆ ਪਹਿਲੇ ਟਰਾਈ ਕਰ ਲਿਆ, ਕੈਨੇਡਾ ਕਰ ਲਿਆ, ਨਹੀਂ ਹੋਇਆ ਤਾਂ ਚਲੋ ਨਿਊਜ਼ੀਲੈਂਡ ਕਰ ਲਓ। ਅੱਜ ਹਰ ਕੋਈ ਦੀ ਫਸਟ ਪ੍ਰੈਫਰ ਬਣਿਆ ਹੋਇਆ ਵੀ ਨਿਊਜ਼ੀਲੈਂਡ ਜਾਇਆ ਜਾਵੇ। ਸੈਕਿੰਡ ਆਸਟ੍ਰੇਲੀਆ ਨੂੰ ਲੈ ਕੇ ਵੀ ਬੱਚੇ ਕਾਫੀ ਕ੍ਰੇਜ਼ੀ ਨੇ। ਜਦੋਂ ਕੁਆਲਿਟੀ ਆਫ ਐਜੂਕੇਸ਼ਨ ਦੀ ਆਪਾਂ ਇੱਕ ਬੱਚੇ ਲਈ ਗੱਲ ਕਰਦੇ ਹਾਂ ਜਿਹਨੇ ਸਟੂਡੈਂਟ ਦੇ ਤੌਰ ਤੇ ਜਾਣਾ ਹੈ ਦੇਸ਼ ਤੋਂ ਪ੍ਰਦੇਸ਼ ਪੜ੍ਹਨ ਦੇ ਵਿੱਚ, ਕੀ ਫਰਕ ਦੇਖਦੇ ਹੋ? ਜੇ ਇਸ ਟਾਈਮ ਇੱਕ ਕਾਫੀ ਵਿਊਅਰਸ ਐਸੇ ਹੋਣੇ ਇੱਕ ਸਟੂਡੈਂਟ ਦੇ ਰੂਪ 'ਚ ਸਾਹਮਣੇ ਬੈਠਾ ਵੀ ਜਿਹੜਾ ਕਨਫਿਊਜ਼ ਹੈ ਆਸਟ੍ਰੇਲੀਆ ਐਜੂਕੇਸ਼ਨ ਐਂਡ ਨਿਊਜ਼ੀਲੈਂਡ ਐਜੂਕੇਸ਼ਨ ਨੂੰ ਲੈ ਕੇ, ਕਿੱਥੇ ਤੁਸੀਂ ਕੀ ਕਾਉਂਸਲਿੰਗ ਕਰੋਗੇ, ਕਿੱਥੇ ਜਾਣਾ ਚਾਹੀਦਾ? ਆਈ ਥਿੰਕ ਨਿਊਜ਼ੀਲੈਂਡ ਸ਼ੁੱਡ ਬੀ ਦ ਫਰਸਟ ਚੋਇਸ ਇਨ ਟਰਮਸ ਆਫ ਕਾਸਟ ਆਫ ਸਟੱਡੀਜ਼ ਵੀ। ਅਗਰ ਤੁਸੀਂ ਕਾਸਟ ਆਫ ਸਟੱਡੀਜ਼ ਵੀ ਦੇਖੋਗੇ ਉਹ ਵੀ ਘੱਟ ਆ ਬਾਕੀ ਕੰਟਰੀਆਂ ਤੋਂ, ਕਾਸਟ ਆਫ ਲਿਵਿੰਗ ਤੋਂ ਘੱਟ ਹੀ ਹੈ, ਕਾਸਟ ਆਫ ਸਟੱਡੀਜ਼ ਵੀ ਘੱਟ ਆ, ਔਰ ਜਿਹੜਾ ਕੁਆਲਿਟੀ ਆਫ ਐਜੂਕੇਸ਼ਨ ਆ ਉਹ ਮੈਨੂੰ ਲੱਗਦਾ ਹੈ ਨਿਊਜ਼ੀਲੈਂਡ ਦਾ ਬੈਟਰ ਆ ਕਿਉਂਕਿ ਇੱਕ ਲਿਮਿਟਡ ਇਨਫਰਾਸਟ੍ਰਕਚਰ ਆ ਉਹਨਾਂ ਦਾ ਐਜੂਕੇਸ਼ਨ ਦਾ ਔਰ ਵੈਲ ਮੋਨੀਟਰਡ ਆ, ਵੈਲ ਕੰਟਰੋਲਡ ਆ। ਉਹਦੇ ਵਿੱਚ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਕਾਲਜ ਕੋਈ ਫੋਰ ਐਗਜ਼ਾਮਪਲ ਇੱਕ ਡੋਜੀ ਕਾਲਜ ਕੋਈ ਆ ਜਾਂਦਾ ਹੈ ਜਾਂ ਕੋਈ ਕਾਲਜ ਜੋ ਮੇਨਟੇਨ ਨਹੀਂ ਕਰਦਾ ਕੁਆਲਿਟੀ, ਉਸੀ ਟਾਈਮ ਤੁਸੀਂ ਦੇਖੋਗੇ ਐਕਸ਼ਨ ਲਿਆ ਜਾਂਦਾ, ਉਸੀ ਟਾਈਮ ਐਕਸ਼ਨ ਹੁੰਦਾ, ਉਸ ਕਾਲਜ ਦੀ ਐਨਰੋਲਮੈਂਟਸ ਕੈਂਸਲ ਹੋ ਜਾਂਦੀ ਹੈ ਫਰਦਰ ਔਰ ਕਾਲਜ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੀ ਕੁਆਲਿਟੀ ਇੰਪਰੂਵ ਕਰੋ, ਦੈਨ ਯੂ ਵਿਲ ਬੀ ਅਲਾਉਡ ਫਰਦਰ, ਦੇਰ ਵਿਲ ਬੀ ਅ ਕੁਆਲਿਟੀ ਚੈੱਕ ਔਰ ਉਹਦੇ ਬਾਅਦ ਪ੍ਰੋਬਬਲੀ ਤੁਹਾਨੂੰ ਅਸੀਂ ਅਲਾਉ ਕਰਾਂਗੇ। ਤਾਂ ਸਿਸਟਮ ਇੰਨਾ ਰੈਗੂਲੇਟਡ ਆ, ਇੰਨਾ ਕੰਟਰੋਲਡ ਆ। ਹੋਰ ਇੱਕ ਐਡਵਾਂਟੇਜ ਨਿਊਜ਼ੀਲੈਂਡ ਦਾ ਮੈਂ ਦਿਖਣਾ ਹੈ ਕਿ ਸਟੂਡੈਂਟ ਦੀ ਜਿਹੜੀ ਫੀਸ ਆ, ਐਗਜ਼ਾਮਪਲ ਅਸੀਂ UK 'ਚ ਦੇਖਿਆ ਸੀ ਜਾਂ ਆਸਟ੍ਰੇਲੀਆ 'ਚ ਦੇਖਿਆ ਸੀ, ਬਹੁਤ ਸਾਰੇ ਪ੍ਰਾਈਵੇਟ ਡੋਜੀ ਕਾਲਜਸ ਆਏ ਸੀ, ਬੰਦ ਹੋਏ, ਫੀਸ ਦੀ ਕਾਫੀ ਨੁਕਸਾਨ ਹੋਇਆ, ਕਾਫੀ ਨੁਕਸਾਨ ਹੈ। ਨਿਊਜ਼ੀਲੈਂਡ ਦੇ ਕਦੀ ਵੀ ਪ੍ਰੋਬਲਮ ਨਹੀਂ ਆਈ ਕਿਉਂਕਿ ਨਿਊਜ਼ੀਲੈਂਡ ਜਿਹੜੇ ਸਟੂਡੈਂਟ ਦੀ ਫੀਸ ਜਾਂਦੀ ਹੈ ਉਹ ਪਬਲਿਕ ਟਰਸਟ ਅਕਾਊਂਟ 'ਚ ਜਾਂਦੀ ਹੈ ਜੋ ਕਿ ਗਵਰਨਮੈਂਟ ਹੀ ਮੋਨੀਟਰ ਕਰਦਾ ਹੈ। ਅਗਰ ਫॉर एग्जांपल वर्स्ट केस सिनेरियो 'ਚ फॉर एग्जांपल कोई कॉलेज बंद भी हो जाता है या कुछ हो जाती प्रॉब्लम तो ਉਹਦੇ ਕੇਸ 'ਚ ਸਟੂਡੈਂਟ ਦੀ ਫੀਸ ਜੋ ਹੈ ਉਹ ਸੇਫ ਆ,
ਉਹ ਦੂਸਰੇ ਪ੍ਰੋਵਾਈਡਰ 'ਚ ਟ੍ਰਾਂਸਫਰ ਹੋ ਜਾਏਗੀ ਜਦੋਂ ਕਾਲਜ ਜੋ ਜਿਹੜਾ ਸਟੂਡੈਂਟ ਦੂਸਰੇ ਕਾਲਜ ਤੇ ਚਲਾ ਜਾਏਗਾ ਉੱਥੇ ਟ੍ਰਾਂਸਫਰ ਹੋ ਜਾਏਗੀ। ਫਾਈਨੈਂਸ਼ੀਅਲੀ ਸਿਕਿਉਰਿਟੀ ਜਿਹੜੀ ਬੱਚੇ ਵੱਲੋਂ ਉਹ ਹੈਗੀ ਹੈ। ਦੂਸਰੀ ਆਪਾਂ ਇੱਕ ਪਾਲਿਸੀ ਦੀ ਗੱਲ ਕਰੀਏ, ਅੱਜ ਆਸਟ੍ਰੇਲੀਆ ਕਹਿੰਦਾ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਦੇ ਅੰਡਰ ਜੈਨੂਇਨ ਟੈਂਪਰੇਰੀ ਐਂਟਰੈਂਟ। ਦੂਜੇ ਪਾਸੇ ਆਪਾਂ ਦੇਖਦੇ ਹਾਂ ਨਿਊਜ਼ੀਲੈਂਡ ਕਹਿੰਦਾ ਕਮ ਫॉर ਸਟੱਡੀ ਵਰਕ ਐਂਡ ਸੈਟਲ। ਹਾਂਜੀ, ਬੱਚੇ ਲਈ ਕੀ ਜ਼ਰੂਰੀ ਹੈ, ਕੀ ਖਾਸ ਦੇਖਦੇ ਹੋ ਐਡਵਾਂਟੇਜ ਇਹਦੀ ਐਡਵਾਂਟੇਜ ਇਹੀ ਹੈ ਕਿ ਜਿਹੜਾ ਵੀ ਪਰਟੀਕੂਲਰਲੀ ਅਸੀਂ ਜਿਹੜੇ ਪੰਜਾਬੀ ਹਾਂ ਬੇਸਿਕਲੀ ਅਗਰ ਸਾਡਾ ਇਹ ਮੇਨ ਏਮ ਹੁੰਦਾ ਹੈ ਕਿ ਅਸੀਂ ਸਟੈਂਡਰਡ ਆਫ ਲਿਵਿੰਗ ਆਪਣੀ ਨੂੰ ਇੰਪਰੂਵ ਕਰੇ। ਦੂਸਰਾ ਇੱਕ ਚੀਜ਼ ਹੋਰ ਪੰਜਾਬੀਆਂ ਦੀ ਤੁਸੀਂ ਗੱਲ ਕੀਤੀ ਖਾਸੇ ਵੀ ਹੁੰਦਾ, ਚਾਹੇ ਬੱਚਾ ਜਾ ਪੜ੍ਹਾਈ ਤੇ ਰਿਹਾ, ਇੱਕ ਸੁਪਨਾ ਜ਼ਰੂਰ ਦੂਰ ਦਰਾਜ਼ ਜਿਹੜੀ ਉਹਦੀ ਹੁੰਦਾ ਸੁਪਨਾ ਹੀ ਸਟੈਂਡਰਡ ਆਫ ਲਿਵਿੰਗ ਹੈ ਬੇਸਿਕਲੀ। ਮੈਂ ਸੈੱਟ ਵੀ ਹੋਣਾ, ਅੱਛੀ ਜਗ੍ਹਾ ਰਹਿਣਾ, ਬਿਲਕੁਲ ਅੱਛੀ ਜਗ੍ਹਾ ਰਹਿਣਾ, ਸੈੱਟ ਹੋਣਾ ਵੀ। ਹੁਣ ਕੋਈ ਸੈੱਟ ਹੋਣ ਨੂੰ ਸ਼੍ਰੀਲੰਕਾ ਤੋਂ ਨਹੀਂ ਜਾ ਰਿਹਾ, ਜੀ ਉਹ ਅਗਰ ਜਾਣਾ ਚਾਹ ਰਿਹਾ ਤਾਂ ਨਿਊਜ਼ੀਲੈਂਡ ਜਾਣਾ ਚਾਹ ਰਿਹਾ ਬੇਸਿਕਲੀ। ਉਹ ਮਤਲਬ ਉਹ ਆਪਣੇ ਫਿਊਚਰ ਨੂੰ ਜ਼ਿਆਦਾ ਸੇਫ ਕਰਨਾ ਚਾਹ ਰਿਹਾ, ਸਿਕਿਉਰ ਕਰਨਾ ਚਾਹ ਰਿਹਾ, ਜਾਂ ਜਿਹੜਾ ਸਟਾਈਲ ਹੈ ਆਪਣਾ ਜਾਂ ਜਿਹੜਾ ਸਟੈਂਡਰਡ ਹੈ ਉਹਨੂੰ ਇੰਪਰੂਵ ਕਰਨਾ, ਜਿਹਦੇ ਵਿੱਚ ਕੋਈ ਗਲਤ ਗੱਲ ਹੈ ਨਹੀਂ, कोई गलत है उसमें नहीं, क्योंकि ਉਹਦੇ ਵਾਸਤੇ ਉਹ ਪੈਸਾ ਵੀ ਇਨਵੈਸਟ ਕਰ ਰਿਹਾ, ਉਹਦੇ ਪੈਰੈਂਟਸ ਪੈਸਾ ਵੀ ਲਗਾ ਰਹੇ, ਉਹ ਹਾਰਡ ਵਰਕ ਵੀ ਕਰੇਗਾ, ਉਹ ਪੜ੍ਹੇਗਾ ਵੀ ਉੱਥੇ ਜਾ ਕੇ, ਉੱਥੇ ਕੰਮ ਵੀ ਕਰੇਗਾ, ਫਿਰ ਉਹ ਐਲੀਜੀਬਲ ਹੋਏਗਾ। तो ਇਹਦੇ ਵਿੱਚ ਕੋਈ ਸਟੂਡੈਂਟ ਸਾਰਾ ਓਨਸ ਸਟੂਡੈਂਟ ਦੇ ਉੱਪਰ ਹੈ ਬੇਸਿਕਲੀ, ਔਰ ਸਟੂਡੈਂਟ ਮਿਹਨਤ ਕਰ ਰਿਹਾ ਹੈ, ਅਗਰ ਉਹਨੂੰ PR ਮਿਲ ਰਿਹਾ ਹੈ ਤਾਂ ਦੈਟ ਉਹ ਡਿਜ਼ਰਵ ਕਰਦਾ ਉਸ ਚੀਜ਼ ਨੂੰ। ਠੀਕ, ਅੱਜ ਕਿਹੜੇ ਪ੍ਰੋਫਾਈਲ ਕਿਸ ਹਿਸਾਬ ਦਾ ਸਟੂਡੈਂਟ ਚਾਹੀਦਾ ਹੈ ਜਿਹਨੂੰ ਨਿਊਜ਼ੀਲੈਂਡ ਐਕਸੈਪਟ ਕਰਦਾ ਜਾਂ ਜਿਹਨੂੰ ਨਿਊਜ਼ੀਲੈਂਡ ਜਾਣਾ ਚਾਹੀਦਾ ਹੈ ਆਪਣੇ ਫਿਊਚਰ ਦੇ ਲਈ? ਤੇ ਸਿੰਪਲ ਮੈਂ ਦੱਸ ਦਿੰਦਾ, ਕੋਈ ਵੀ ਸਟੂਡੈਂਟ ਨਿਊਜ਼ੀਲੈਂਡ ਜਾਣ ਵਾਸਤੇ ਐਲੀਜੀਬਲ ਹੋ ਸਕਦਾ ਹੈ ਸਬਜੈਕਟ ਟੂ ਉਹਦੀ ਇੰਗਲਿਸ਼ ਲੈਂਗੁਏਜ ਦੀ ਕੈਪੇਬਿਲਿਟੀ ਅੱਛੀ ਹੋ ਜੀ, ਇੰਗਲਿਸ਼ ਲੈਂਗੁਏਜ ਆਇਲਸ ਨਹੀਂ, ਇੰਗਲਿਸ਼ ਲੈਂਗੁਏਜ ਦੀ, ਚਾਹੇ ਉਹ PT ਦੇ ਬਾਅਦ ਚੋਂ ਹੈ ਨਾ ਦੇ। ਦੂਸਰਾ ਉਹਦੇ ਜਿਹੜੇ ਮਾਰਕਸ ਆ, ਉਹਦੀ ਜਿਹੜੀ ਪਿਛਲੀ ਕੁਆਲੀਫਿਕੇਸ਼ਨ ਆ, ਉਹਦੀ ਜਿਹੜੀ ਮਾਰਕਸ ਆ ਉਹ ਅੱਛੇ ਹੋਣੇ ਚਾਹੀਦੇ। ਇਹ ਨਹੀਂ ਕਿ 33% ਉਹਦੇ ਮਾਰਕਸ ਆਏ ਹੋਏ ਨੇ ਸਾਰੇ ਤੇ, ਔਰ ਇੰਡੀਆ 'ਚ ਵੀ ਉਹ ਅੱਛੀ ਤਰ੍ਹਾਂ ਪੜ੍ਹਿਆ ਨਹੀਂ ਜਾਂ ਫੇਲ ਹੋਇਆ ਹੈ, ਉਹ ਬੱਚਾ ਅੱਗੇ ਜਾ ਕੇ ਪੜ੍ਹਾਈ ਇੰਡੀਆ ਨਹੀਂ ਕੀਤਾ ਤਾਂ ਬਾਹਰ ਜਾ ਕੇ ਨਹੀਂ ਪੜ੍ਹੇਗਾ, ਤਾਂ ਨੈਗੇਟਿਵ ਕੇਸਿਸ ਹੋ ਜਾਂਦੇ। ਜਾਂ ਸਟੂਡੈਂਟਸ ਜਿਨ੍ਹਾਂ ਨੇ ਬੈਚਲਰਸ ਹੁਣ ਕੀਤੀ ਹੈ, ਕੰਪਲੀਟ ਕੀਤੀ ਹੈ, ਕੋਈ ਵੀ ਸਟਰੀਮ ਦੀ ਹੋ, ਉਹ ਲੈਵਲ 7 ਕੋਰਸਿਸ 1 ਈਅਰ ਦੇ ਕੋਰਸਿਸ ਤੇ ਜਾ ਸਕਦੇ ਨੇ। ਉਹਦੇ ਬਾਅਦ ਉਹਨਾਂ ਨੂੰ 1 ਈਅਰ ਦਾ ਪੋਸਟ ਸਟੱਡੀ ਵਰਕ ਵੀਜ਼ਾ ਵਾਸਤੇ ਐਲੀਜੀਬਲ ਹੋ ਜਾਣਗੇ। ਉਹਦੇ ਬਾਅਦ ਪ੍ਰੋਬਬਲੀ ਉਹ PR ਵਾਸਤੇ ਵੀ ਅਪਲਾਈ ਕਰ ਸਕਦੇ ਨੇ। ਇਹ ਸਾਰੇ ਕੋਰਸਿਸ ਕਾਫੀ ਅੱਛੇ ਨੇ। 12th ਪਾਸ ਸਟੂਡੈਂਟਸ ਉੱਥੇ 18 ਮੰਥਸ ਦੇ ਸ਼ਾਰਟ ਕੋਰਸਿਸ ਤੇ ਜਾ ਸਕਦਾ ਹੈ। ਉਹਦੇ ਵਿੱਚ ਕਾਫੀ ਪ੍ਰਾਈਸ ਵੀ ਘੱਟ ਲੱਗ ਜਾਂਦਾ ਹੈ, ਜਿਵੇਂ ਬਾਕੀ ਕੰਟਰੀਜ਼ 'ਚ ਹੁਣ ਆਸਟ੍ਰੇਲੀਆ ਵਗੈਰਾ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਆਸਟ੍ਰੇਲੀਆ 'ਚ ਮਿਨੀਮਮ ਬੈਚਲਰਸ ਜਾਂ ਮਾਸਟਰਸ ਕਰਨੀ ਪੈਂਦੀ ਤਾਂ ਜਾ ਕੇ ਤੁਸੀਂ ਪੋਸਟ ਸਟੱਡੀ ਵਰਕ ਵੀਜ਼ਾ ਵਾਸਤੇ ਐਲੀਜੀਬਲ ਹੋ। ਨਿਊਜ਼ੀਲੈਂਡ ਤੇ ਪਾਲਿਸੀ ਨਹੀਂ ਹੈ। ਨਿਊਜ਼ੀਲੈਂਡ ਤੇ ਤੁਸੀਂ ਡਿਪਲੋਮਾ ਕਰਨ ਦੇ ਬਾਅਦ, ਸ਼ਾਰਟ ਟਰਮ ਡਿਪਲੋਮਾਸ ਕਰਨ ਦੇ ਬਾਅਦ ਵੀ ਤੁਸੀਂ ਵਰਕ ਵੀਜ਼ਾ ਵਾਸਤੇ ਐਲੀਜੀਬਲ ਹੋ ਜਾਂਦੇ ਹੋ ਉੱਥੇ ਜਾ ਕੇ। ਇਹ ਜਿਹੜੀ ਇੱਕ ਚੀਜ਼ ਅੱਜ ਇੰਟਰੋਡਿਊਸ ਕੀਤੀ ਗਈ ਬਹੁਤ ਦੇਰ ਤੋਂ ਆਪਾਂ ਹਾਈਲਾਈਟ ਵੀ ਹੁੰਦੇ ਦੇਖ ਰਹੇ ਹਾਂ, IPP ਪ੍ਰੋਗਰਾਮ, ਸਿਰਫ ਉਹੀ ਬੱਚੇ ਲਈ ਇੱਕ ਜ਼ਰੂਰੀ ਹੋ ਗਿਆ IPP ਦੇ ਅੰਡਰ ਜਾਣਾ, ਜਾਂ ਨੌਨ IPP ਵੀ ਸੇਮ ਹੈ, ਬੱਚਾ ਜਾ ਸਕਦਾ? ਨਹੀਂ, ਨੌਨ IPP ਵੀ ਜਾ ਸਕਦਾ ਹੈ। ਕੋਈ ਇਹੋ ਜਿਹੀ ਕੋਈ ਮੈਂਡੇਟਰੀ ਜਾਂ ਕੋਈ ਪਾਲਿਸੀ ਅੱਜ ਆਈ ਨਹੀਂ ਹੈ ਕਿ ਸਾਰੇ ਸਟੂਡੈਂਟ ਵੀਜ਼ਾ ਐਪਲੀਕੇਸ਼ਨ IPP ਦੇ ਅੰਡਰ ਪ੍ਰੋਸੈਸ ਹੋਣਗੇ। ਇਨਫੈਕਟ ਜਿਹੜਾ ਐਕਸਪੀਰੀਅੰਸ ਅਸੀਂ ਦੇਖਿਆ ਲਾਸਟ 3 ਮੰਥਸ 'ਚ ਇਹ ਹੈ ਕਿ ਜਿਹੜੇ ਪੋਜ਼ਿਟਿਵ ਪ੍ਰੋਫਾਈਲ ਐਪਲੀਕੇਸ਼ਨ ਜੇ ਵਿਦ ਆਈਲਸ ਆ ਜਾਂ ਰੀਸੈਂਟ ਕੁਆਲੀਫਿਕੇਸ਼ਨ ਆ, ਉਹਨਾਂ ਦਾ ਵੀ ਟਾਈਮ ਜਿਹੜਾ ਪ੍ਰੋਸੈਸਿੰਗ ਆ ਉਹ ਸੇਮ IPP ਜਿਵੇਂ ਜੀ। ਠੀਕ ਹੈ, IPP ਦੇ ਜਿਵੇਂ ਹੁਣ 5 ਵਰਕਿੰਗ ਡੇਜ਼ 'ਚ ਇਮੀਗ੍ਰੇਸ਼ਨ ਕਹਿ ਰਿਹਾ ਹੈ ਕਿ IPP ਜਿਹੜੀ ਐਪਲੀਕੇਸ਼ਨ ਆ ਅਸੀਂ ਡਿਸੀਜਨ ਦੇਵਾਂਗੇ 5 ਵਰਕਿੰਗ ਡੇਜ਼ 'ਚ। ਅਸੀਂ ਇਹ ਨੋਟ ਕੀਤਾ ਕਿ ਜਿਹੜੇ ਪੋਜ਼ਿਟਿਵ ਐਪਲੀਕੇਸ਼ਨਸ ਆ, ਜਿਨ੍ਹਾਂ ਦਾ ਆਇਲਸ ਸਕੋਰ ਹੈ ਜਾਂ ਪੀਅਰਸਨ ਟੈਸਟ ਆ, ਜਾਂ ਜਿਨ੍ਹਾਂ ਨੇ ਟੋਫਲ ਦਿੱਤਾ, ਜਿਨ੍ਹਾਂ ਦੇ ਰੀਸੈਂਟ ਕੁਆਲੀਫਿਕੇਸ਼ਨ ਹੈ, ਰੀਸੈਂਟ ਨਹੀਂ ਵੀ ਹੈ, तो ਉਹਦੇ ਬਾਅਦ ਸਭ ਗੈਪ ਆ, ਗੈਪ 'ਚ ਪ੍ਰੋਪਰ ਵਰਕ ਐਕਸਪੀਰੀਅੰਸ ਆ, ਜਿਹੜਾ ਬੈਂਕ ਸਟੇਟਮੈਂਟਸ ਹੈ, ਸਭ ਕੁਝ ਹੈ, ਉਹਨਾਂ ਦੀ ਵੀ ਜਿਹੜੀ ਵੀਜ਼ਾ ਡਿਸੀਜਨ ਆ ਉਹ 5 ਦਿਨ ਵਿੱਚ ਹੀ ਆ ਰਹੀ ਹੈ। ਉਹ ਕੋਈ ਮੈਟਰ ਨਹੀਂ ਕਰਦਾ ਬੇਸਿਕਲੀ ਬੱਚੇ ਲਈ ਵੀ IPP ਜਾ ਰਿਹਾ ਜਾਂ ਨੌਨ IPP, ਉਹਦੇ 'ਚ ਕੋਈ ਫਰਕ ਨਹੀਂ ਹੈ। ਪੋਜ਼ਿਟਿਵ ਪ੍ਰੋਫਾਈਲ ਹੋਣਾ ਚਾਹੀਦਾ ਬੱਚੇ ਦਾ, ਕਿਉਂਕਿ ਵੀਜ਼ਾ ਪ੍ਰੋਫਾਈਲ ਤੇ ਮਿਲਣਾ ਕਿਸੇ IPP ਜਾਂ ਨੌਨ IPP ਪ੍ਰੋਗਰਾਮ ਕਰਕੇ ਨਹੀਂ ਮਿਲਣਾ। ਪ੍ਰੋਫਾਈਲ ਜੇ ਪੋਜ਼ਿਟਿਵ ਹੈ, ਜੋ ਐਕਸੈਪਟੇਬਲ ਹੈ, ਤਾਂ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈ। ਅੱਜ ਬੇਸਿਕਲੀ ਬੱਚੇ ਨੂੰ ਕੋਰਸਿਸ ਨੂੰ ਲੈ ਕੇ ਕਾਫੀ ਕਨਫਿਊਜ਼ਨਸ ਨੇ ਨਿਊਜ਼ੀਲੈਂਡ ਦੇ ਵਿੱਚ। ਕੀ ਬਿਜ਼ਨਸ, IT ਜਾਂ ਥੋੜੇ ਜਿਹੇ ਕੋਰਸਿਸ ਨੇ ਉੱਥੇ? ਕਿਉਂਕਿ ਆਪਾਂ ਜੇ ਗੱਲ ਕਰੀਏ ਜੀ 4 ਸਟਰੀਮਸ ਨੇ ਆਪਾਂ ਬੇਸਿਕਲੀ ਜਿੱਥੋਂ ਸਟੂਡੈਂਟ ਪਾਸ ਆਊਟ ਹੁੰਦਾ, ਮੈਡੀਕਲ, ਨਾਨ ਮੈਡੀਕਲ, ਕਾਮਰਸ ਐਂਡ ਆਰਟਸ। ਚਾਰੋਂ ਸਟਰੀਮਸ ਨਾਲ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਸਪੋਜ਼ ਆਰਟਸ ਵਾਲੇ ਸਟੂਡੈਂਟ ਮੈਕਸਿਮਮ ਹੁੰਦੇ ਆ, ਕਿਹੜੀ ਉਹਨਾਂ ਲਈ ਪੋਸੀਬਿਲਿਟੀਜ਼ ਨੇ ਜਿਹੜੀਆਂ ਮਿਲਦਾ, ਉਹਨਾਂ ਨੂੰ ਆਪਸ਼ਨਸ ਮਿਲ ਸਕਦੀਆਂ ਕੋਰਸ? 12th ਪਾਸ ਸਟੂਡੈਂਟ ਫਸਟ ਅਸੀਂ ਲੈ ਲੈਣੇ, 12th ਪਾਸ 12ਵੀਂ ਪਾਸ ਸਟੂਡੈਂਟ ਜਿਹਨੇ ਦਾ ਆਰਟ ਸਬਜੈਕਟ ਕੀਤਾ ਜੀ, ਉਹਨਾਂ ਨੂੰ ਮੈਂ ਰਿਕਮੈਂਡ ਕਰਾਂਗਾ ਆਈਦਰ ਉਹ ਹਸਪਿਟੈਲਿਟੀ ਕੋਰਸਿਸ ਤੇ ਜਾ ਸਕਦੇ ਨੇ, ਹੋਟਲ ਮੈਨੇਜਮੈਂਟ, ਜਾਂ ਉਹ ਕੁਕਰੀ ਕੋਰਸਿਸ ਤੇ ਵੀ ਜਾ ਸਕਦੇ ਨੇ। ਇਨਫੈਕਟ ਉਹਨਾਂ ਦਾ ਅਗਰ ਇੰਟਰਸਟ ਹੈ ਬਿਜ਼ਨਸ ਮੈਨੇਜਮੈਂਟ ਤੇ, ਉਹ ਬਿਜ਼ਨਸ ਮੈਨੇਜਮੈਂਟ ਤੇ ਵੀ ਜਾ ਸਕਦੇ ਨੇ ਜੀ। ਬਟ ਇਹ ਸਟੂਡੈਂਟਸ ਜਿਹੜੇ ਨੇ ਜਿਨ੍ਹਾਂ ਦੇ ਆਰਟਸ ਬੈਕਗ੍ਰਾਉਂਡ ਹੈ, ਇਹ ਇੰਜੀਨੀਅਰਿੰਗ ਕੋਰਸਿਸ ਤੇ ਨਹੀਂ ਜਾ ਸਕਦੇ, ਨਹੀਂ ਜਾ ਸਕਦੇ ਕਿਉਂਕਿ ਸਾਇੰਸ ਚਾਹੀਦੀ ਹੈ। ਜਾਂ ਫॉर ਐਗਜ਼ਾਮਪਲ ਕਈ ਜਿਹੜੇ ਗਵਰਨਮੈਂਟ ਪੋਲੀਟੈਕਨਿਕਸ ਉਹ IT ਕੋਰਸਿਸ ਵੀ ਨਹੀਂ ਆਫਰ ਕਰਨਗੇ ਇਹਨਾਂ ਨੂੰ। ਸੇਮ ਅਗਰ ਜਿਹਨੇ BA ਕੀਤੀ ਹੈ, BA ਵੀ ਇੱਕ ਜੈਨਰਿਕ ਕੁਆਲੀਫਿਕੇਸ਼ਨ ਹੁੰਦੀ ਹੈ, ਜਿਨ੍ਹਾਂ ਨੇ ਬੈਚਲਰਸ ਇਨ ਆਰਟਸ ਕੀਤਾ ਹੈ ਉਹ ਵੀ ਕੋਰਸਿਸ ਤੇ ਜਾ ਸਕਦੇ ਨੇ, ਲੈਵਲ 7 ਕੋਰਸਿਸ ਤੇ। ਉਹ ਬਿਜ਼ਨਸ ਅਗਰ ਕਿਸੇ ਨੇ ਮੈਨੇਜਰ ਬਣਨਾ, ਫॉर ਐਗਜ਼ਾਮਪਲ ਫਿਊਚਰ 'ਚ ਏਮਸ ਟੂ ਬਿਕਮ ਅ ਮੈਨੇਜਰ, ਉਹ ਬਿਜ਼ਨਸ ਲੈਵਲ 7 ਦੇ ਕੋਰਸ ਕਰ ਸਕਦੇ ਨੇ। ਹਸਪਿਟੈਲਿਟੀ
ਹੋਸਪਿਟੈਲਿਟੀ ਕਰ ਸਕਦੇ ਨੇ, ਟੂਰਿਜ਼ਮ ਮੈਨੇਜਮੈਂਟ ਦੇ ਲੈਵਲ 7 ਕਰ ਸਕਦੇ ਨੇ, ਕੁਕਰੀ ਦੇ ਕੋਰਸਿਸ ਵੀ ਕਰ ਸਕਦੇ ਨੇ ਅਗਰ ਵਾਕਈ ਇੰਟਰਸਟਿਡ ਆ ਕੁਕਰੀ ਕਰਨ ਵਾਸਤੇ BA ਵਾਲਾ ਸਟੂਡੈਂਟ, ਕਿਉਂਕਿ BA ਇੱਕ ਜਨਰਿਕ ਕੁਆਲੀਫਿਕੇਸ਼ਨ ਆ, ਉਹਦੇ ਬਾਅਦ ਤੁਸੀਂ ਕਰੀਅਰ ਇੱਕ ਬਣਾਉਣਾ ਤਾਂ ਸਪੈਸੀਫਿਕ ਕੋਰਸ ਹੀ ਕਰਨਾ। ਲੇਕਿਨ IT ਵਗੈरह ਅਗਰ ਤੁਸੀਂ ਕੋਰਸ ਕਰਨਾ ਚਾਹ ਰਹੇ ਹੋ ਲੈਵਲ 7 ਦੇ ਤਾਂ ਆਬਵੀਅਸਲੀ ਕਾਲजेस ਦੇ ਵਿਲ ਆਸਕ ਫॉर ਸਮ ਕਾइंड ऑफ IT ਨॉलेज इन इंडिया, ਆਈਦਰ ਕੋਈ ਵਨ ਸ਼ਾਰਟ ਟਰਮ ਕੋਈ ਡਿਪਲੋਮਾਸ ਅਗਰ ਕੀਤੇ ਦੈਨ ਯੂ ਵਿਲ ਬੀ ਐਲੀਜੀਬਲ ਫॉर ਲੈਵਲ 7। ਇੱਕ ਚੀਜ਼ ਹੋਰ ਹੈ, ਜਦੋਂ ਅੱਜ ਦੇਖਦੇ ਆ ਬੱਚਾ ਸਕਿਲਡ ਕੋਰਸਿਸ ਵੱਲ ਬੜਾ ਝੁਕਾਅ ਦੇਖਿਆ ਜਾ ਰਿਹਾ ਵੀ ਚਾਹੇ ਵਾਈਨ ਮੇਕਿੰਗ ਦੇ ਵਿੱਚ ਹੈ, ਵਿਟੀਕਲਚਰ, ਹਾਰਟੀਕਲਚਰ, ਖਾਸ ਕਰ ਡਾਇਰੀ, ਇਹਦੇ ਬਾਰੇ ਕਾਫੀ ਕੁਐਰੀਜ਼ ਹੁੰਦੀਆਂ ਨੇ, ਕੀ ਬੈਕਗ੍ਰਾਉਂਡ ਚਾਹੀਦੇ ਬੱਚੇ ਦੀ ਇਹਨਾਂ ਲਈ? अच्छे कोर्सेज ने और जॉब ओरिएंटेड कोर्सेज जिवें तुसीं दस्सिया है कि काफ़ी डिमांड च ने कोर्सेज है। इनफैक्ट ਜਿਹੜੇ ਕਾਲजेस ਇਹ ਕੋਰसेज ਡਿਲੀਵਰ ਕਰ ਰਹੇ ਨੇ, ਵਿਰਾਕੀ ਹੈ, NMIT ਜਿਹੜੇ ਕਰ ਰਹੇ ਨੇ, ਉਹਨਾਂ ਕੋਲ ਸੀਟਸ ਵੀ ਲਿਮਿਟਡ ਹੋ ਗਈ ਹੈ, ਉਹਨਾਂ ਦੀ ਆਇਲਸ ਰਿਕੁਆਇਰਮੈਂਟ ਵੀ ਉਹਨਾਂ ਨੇ बढ़ाती ਹੈ। ਅਗਲੇ ਇਨਟੇਕਸ 'ਚ ਤੁਸੀਂ ਨਵੰਬਰ 'ਚ ਦੇਖੋਗੇ ਕਿ ਉਹਨਾਂ ਦੀ ਇਨਟੇਕਸ ਜਿਹੜੇ 60% ਮਾਰਕਸ ਐਂਟਰੀ ਰਿਕੁਆਇਰਮੈਂਟ ਕਰਤੀ ਹੈ ਦੋਨੋਂ ਕਾਲजेस ਨੇ, ਤੇ ਇਹ ਸਾਰੀ ਚੇਂਜਸ ਆ ਰਹੇ ਨੇ। ਇਹ ਸਟੂਡੈਂਟਸ ਜਿਹੜੇ ਫॉर एग्जांपल ਡੇਅਰੀ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹੁਣ ਕਿਸੇ ਨੇ ਡਿਪਲੋਮਾ ਇਨ ਅਪਲਾਈਡ ਟੈਕਨੋਲੋਜੀ ਡੇਅਰੀ ਐਗਰੀਕਲਚਰ ਦਾ ਕੋਰਸ ਕਰਨਾ ਹੈ, ਤਾਂ ਉਹਦੇ ਵਾਸਤੇ ਨਾਰਮਲ 12th ਪਾਸ ਸਟੂਡੈਂਟ ਬੇਸਿਕ ਥੋੜਾ ਬਹੁਤ ਆਈਡੀਆ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਐਗਰੀਕਲਚਰ ਡੇਅਰੀ ਦਾ ਇੰਡੀਆ ਵਿੱਚ ਥੋੜਾ ਬਹੁਤ ਆਈਡੀਆ ਜਾਂ ਫੈਮਿਲੀ ਪੰਜਾਬ ਬੈਕਗ੍ਰਾਉਂਡ ਦੀ ਗੱਲ ਕਰੀਏ, ਜੇ ਕਿਸੇ ਨੇ ਕੀਤੀ ਨਹੀਂ, ਆਪਣੇ ਬਜ਼ੁਰਗਾਂ ਨੂੰ ਕਰਦੇ ਜ਼ਰੂਰ ਦੇਖਿਆ, ਕਿਤੇ ਨਾ ਕਿਤੇ ਨੌਲੇਜ ਜਾਂ ਇੰਟਰਸਟ ਜ਼ਰੂਰ ਹੈ, ਉਹ ਕਰ ਸਕਦੇ ਨੇ, ਉਹ ਕੋਰਸ ਨੂੰ ਕਰ ਸਕਦੇ ਨੇ, ਉਹਦੇ ਵਿੱਚ ਉਹ ਫਿਟ ਬੈਠਦੇ ਨੇ। ਉਹ ਕੋਈ ਮੈਟਰ ਨਹੀਂ ਕਰਦਾ, ਆਰਟਸ ਮੈਡੀਕਲ ਆਰਟਸ ਵਾਲੇ ਵੀ ਕਰ ਸਕਦਾ ਹੈ। ਸਿਰਫ ਕੋਰਸਸ ਜਿਹੜੇ ਜਿਹਦੇ 'ਚ ਉਹਨਾਂ ਨੂੰ ਸਾਇੰਸ ਬੈਕਗ੍ਰਾਉਂਡ ਚਾਹੀਦਾ, ਉਹ ਬੇਸਿਕਲੀ ਵਾਈਨ ਵਾਲੇ ਕੋਰਸਸ ਜਿਹੜੇ NMIT ਆਫਰ ਕਰ ਰਿਹਾ, ਉਹਦੇ ਵਿੱਚ ਚਾਹੀਦਾ। ਤੇ ਖਾਸ ਜਦੋਂ ਇੱਕ ਬੱਚਾ ਕਾਮਰਸ ਕਰਕੇ ਨਿਕਲਦਾ, ਉਹਦੇ ਲਈ ਕੀ ਆਪਸ਼ਨਸ ਨੇ ਨਿਊਜ਼ੀਲੈਂਡ ਦੇ? ਉਹਦੇ ਵਿੱਚ ਬਿਜ਼ਨਸ ਦੇ ਕੋਰਸਸ ਕਰ ਸਕਦਾ, 5-6 ਦੇ ਅਕਾਊਂਟੈਂਸੀ ਦੇ ਕੋਰਸਸ ਕਰ ਸਕਦਾ ਹੈ, ਕਾਫੀ ਅੱਛੇ ਮੈਨੇਜਮੈਂਟ ਦੇ ਕੋਰਸਸ ਕਰ ਸਕਦਾ ਹੈ, ਕਾਫੀ ਸਾਰੇ ਕੋਰਸਸ ਹੈ ਨੇ ਅਕਾਊਂਟਸ ਰਿਲੇਟਡ। ਅਕਾਊਂਟੈਂਸੀ ਪ੍ਰੋਫੈਸ਼ਨਲ ਅਕਾਊਂਟਿੰਗ ਜਿਹੜਾ ਕੋਰਸ ਆ ਉਹ ਲੌਂਗ ਟਰਮ ਸਕਿੱਲਸ 'ਚ ਵੀ ਆਉਂਦਾ ਹੈ, ਤਾਂ ਬੋਨਸ ਪੁਆਇੰਟਸ ਵੀ ਨਾਰਮਲ ਸਟੂਡੈਂਟਸ ਨੂੰ ਮਿਲਦੇ ਨੇ ਜਦੋਂ PR ਵਾਸਤੇ ਹੁੰਦਾ ਹੈ। ਕਾਫੀ ਅੱਛਾ ਉਹਦੇ 'ਚ ਡਿਮਾਂਡ ਹੈ ਪਾਰਟਿਕੂਲਰਲੀ ਅਕਾਊਂਟੈਂਸੀ ਵਿੱਚ। ਤੁਸੀਂ ਇੱਥੇ ਇੱਕ ਸ਼ਾਰਟਰ ਸਕਿੱਲ ਲਿਸਟ ਦੇ ਨਾਮ ਜਿਹੜਾ ਲਿਆ, ਲੌਂਗ ਟਰਮ ਸ਼ਾਰਟਰ ਸਕਿੱਲ ਲਿਸਟ ਜਾਂ ਇਮੀਡੀਏਟ ਸ਼ਾਰਟਰ ਸਕਿੱਲ ਲਿਸਟ ਹੈ, ਕਾਫੀ ਸਾਡੇ ਏਜੰਟ ਭਰਾਵਾਂ ਨੂੰ ਇਹ ਲਿਸਟ ਦਾ ਨਾਮ ਹੀ ਨਹੀਂ ਪਤਾ ਵੀ ਕੋਰਸਿਸ ਤਾਂ ਚਲੋ ਦੂਰ ਦੀ ਗੱਲ ਹੈ, ਕਈਆਂ ਨੂੰ ਇਹਨਾਂ ਨਾਮ ਵੀ ਨਹੀਂ ਪਤਾ ਵੀ ਆ ਕੀ ਹੁੰਦਾ। ਸੋ ਐਜ਼ ਏਜੰਟਸ ਤੋਂ ਜ਼ਰੂਰ ਮੈਂ ਕਹੂੰਗਾ ਥੋੜਾ ਜਿਹਾ ਪਰਹੇਜ਼ ਰੱਖਿਓ, ਉਹਦੇ ਕੋਲ ਜਿਹੋ ਜਿਹਨੂੰ ਪਤਾ ਹੋਵੇ LTSSL ਜਾਂ ISSL ਜੋ ਸਹੀ ਤਰ੍ਹਾਂ ਗਾਈਡ ਕਰ ਸਕੇ। ਕੋਰਸਿਸ ਦੀ ਗੱਲ ਚੱਲ ਰਹੀ ਕਿਉਂਕਿ ਫਿਊਚਰ ਸਾਰਾ ਕੋਰਸ ਤੇ ਡਿਪੈਂਡ ਕਰਦਾ, ਬਹੁਤ ਜ਼ਰੂਰੀ ਹੋ ਜਾਂਦਾ ਕੋਰਸ ਦੇ ਨਾਲ। ਜਦੋਂ ਆਪਾਂ ਮੈਡੀਕਲ ਨਾਨ ਮੈਡੀਕਲ ਦੀ ਗੱਲ ਕਰਦੇ ਹਾਂ, ਕਈ ਬੱਚੇ ਇੰਜੀਨੀਅਰਿੰਗ ਆਲਰੇਡੀ BTech ਕਰ ਚੁੱਕੇ ਨੇ, ਠੀਕ ਹੈ, ਉਸ ਤੋਂ ਬਾਅਦ ਵੀ ਜਾਣਾ ਚਾਹੁੰਦੇ ਨੇ, ਜਾਂ ਕਈਆਂ ਨੇ +2 ਨਾਨ ਮੈਡੀਕਲ ਕੀਤੀ ਹੈ, ਉਹ ਵੀ ਉਸੇ ਸੇਮ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਨੇ। ਕੀ ਪੋਸੀਬਿਲਿਟੀਜ਼ ਨੇ ਮੈਡੀਕਲ ਜਾਂ ਨਾਨ ਮੈਡੀਕਲ? ਹੈ ਪਾਰਟਿਕੂਲਰਲੀ ਜਿਵੇਂ ਇੰਜੀਨੀਅਰਿੰਗ ਤੁਸੀਂ ਫਸਟ ਪੁਆਇੰਟ ਕੀਤਾ ਕਿ ਜਿਨ੍ਹਾਂ ਨੇ BTech ਕੀਤੀ ਹੈ ਇੰਜੀਨੀਅਰਿੰਗ ਤੇ, ਜਿਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਕੀਤੀ ਹੈ BTech ਤੇ, ਮੈਕੈਨੀਕਲ ਇੰਜੀਨੀਅਰਿੰਗ ਕੀਤੀ ਹੈ, ਉਹਨਾਂ ਵਾਸਤੇ ਕਾਫੀ ਅੱਛੇ ਕੋਰਸਿਸ ਹੈ। ਸਿਵਲ ਵਾਸਤੇ ਤਾਂ ਬਹੁਤ ਅੱਛਾ ਕੋਰਸ ਹੈ, ਗ੍ਰੈਜੂਏਟ ਡਿਪਲੋਮਾ ਇਨ ਕੰਸਟਰਕਸ਼ਨ ਮੈਨੇਜਮੈਂਟ ਲੈਵਲ 7 ਦੇ, ਜਾਂ ਗ੍ਰੈਡ ਇਨ ਹਾਈਵੇ ਇੰਜੀਨੀਅਰਿੰਗ ਜਿਹੜੇ ਲੌਂਗ ਟਰਮ ਸਕਿੱਲ ਲਿਸਟ 'ਚ ਵੀ ਕੋਰਸਿਸ ਹੈਗੇ ਨੇ, ਇਹ ਕਰ ਸਕਦੇ ਨੇ ਲੈਵਲ 7 ਦੇ 1 ਈਅਰ ਦੇ ਕੋਰਸਿਸ। ਬਹੁਤ ਅੱਛੇ ਕੋਰਸਿਸ ਨੇ, ਆਕਲੈਂਡ ਵੀ ਹੈ, ਹੈਮਿਲਟਨ ਵੀ ਹੈ ਇਹ ਕੋਰਸਿਸ। और जिन्होंने ने मैकेनिकल इंजीनियरिंग किया है वो CAD प्रोग्राम लेवल 7 दे कर सकते हैं, या वेलटेक प्रॉब्ली जिवें उन्होंने अनाउंसमेंट की है कि फेब इनटेक जिहड़ा हुण फेब ही आ रहा है बेसिकली जिन्होंने टारगेट करेंगे। फेब इनटेक च ग्रेजुएट डिप्लोमा इन इंजीनियरिंग स्पेशलाइजेशन इन इलैक्ट्रॉनिक्स, मैकेट्रॉनिक्स, इलैक्ट्रिकल इंजीनियरिंग ये कोर्सेस कर सकते हैं। या जिन्होंने BTech किया इलैक्ट्रॉनिक्स टेलीकम्युनिकेशन च क्वींस अकैडमी च एक ऑफर होंदा कोर्स लेवल 7 दा इलैक्ट्रॉनिक्स एंड कम्युनिकेशन ग्रेड डिप दा, वो भी कर सकते हैं। तो काफ़ी सारी अपॉर्चुनिटी है BTech वास्ते। और फॉर एग्जाम्पल 12th पास जिन्होंने मैथ्स आ वो 2 साल के डिप्लोमास कर सकते हैं, NZ डिप इन इंजीनियरिंग सिविल च कर सकते हैं, इलैक्ट्रिकल च कर सकते हैं, मैकेनिकल च कर सकते हैं। सारे ऑप्शन न्यूजीलैंड के है। लोग सिर्फ वेचते हैं, पहला पॉइंट क्या है बिजनेस IT। मैं कहना ये चाह रहा है इस मोमेंट पे कि सारे कोर्सेस जिन्हें अवेलेबल करना चाहता स्टूडेंट सारे अवेलेबल है। नंबर ऑफ कोर्सेज ਜਿਹੜੇ ਅਵੇਲੇਬਲ ਨੇ ਬਟ ਹਾਈਲਾਈਟ ਨਹੀਂ ਕੀਤੇ ਜਾਂਦੇ, ਪਤਾ ਨਹੀਂ ਕਮਿਸ਼ਨ ਘੱਟ ਮਿਲਦੀ ਹੈ ਜੀ ਇਹਨਾਂ ਚੋਂ। ਸੋ ਬੱਚੇ ਆਪਣੇ ਰੈਲੇਵੈਂਟ ਕੋਰਸ ਚੂਜ਼ ਕਰ ਸਕਦੇ ਨੇ। ਉਹਦੇ ਲਈ ਜ਼ਰੂਰੀ ਹੈ ਚੂਜ਼ ਕਰਨਾ ਇੱਕ ਸਹੀ ਕੰਸਲਟੈਂਟ ਜੋ ਇੱਕ ਸਹੀ ਗਾਈਡੈਂਸ ਤੁਹਾਡੇ ਤੱਕ ਪਹੁੰਚਾ ਸਕੇ, ਹਰ ਕੋਰਸ ਦੀ ਨੌਲੇਜ ਤੁਹਾਡੇ ਤੱਕ ਪਹੁੰਚਾ ਸਕੇ। ਉਹ ਵੀ ਤਾਂ ਪਹੁੰਚਾਏਗਾ ਜਿਹਨੇ ਆਪ ਰਿਸਰਚ ਕੀਤੀ ਹੈ ਬੱਚੇ ਬਾਰੇ, ਕਦੀ ਵਰਕਆਊਟ ਕੀਤਾ, ਕੋਰਸਿਸ ਨੂੰ ਅੰਡਰਸਟੈਂਡ ਕੀਤਾ, ਕਿਹੜਾ ਬੱਚਾ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੀਦਾ ਤੇ ਕਿਉਂ ਜਾਣਾ ਚਾਹੀਦਾ। ਸੋ ਚੰਗੇ ਕੰਸਲਟੈਂਟ ਦੀ ਚੋਣ ਜਿਹੜੀ ਉਹ ਬਹੁਤ ਜ਼ਰੂਰੀ ਹੈ। ਇਹ ਜਿਹੜੇ ਬੱਚੇ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਕੋਰਸਿਸ ਨੰਬਰ ਆਫ ਕੋਰਸਿਸ ਨੇ, ਖਾਸ ਕਰ ਮੈਂ ਗੱਲ ਕਰੂੰਗਾ ਸਕਿਲਡ ਕੋਰਸਿਸ ਦੀ, ਚਾਹੇ ਹਾਰਟੀਕਲਚਰ, ਵਿਟੀਕਲਚਰ, ਡੇਅਰੀ ਕੋਈ ਵੀ ਆ ਜਾਵੇ, ਜਿਹੜੇ ਸਕਿਲਡ ਕੋਰਸਿਸ ਨੇ ਕੀ ਪੋਸੀਬਿਲਿਟੀਜ਼ ਨੇ ਜੌਬਸ ਦੀਆਂ ਉਹਨਾਂ ਦੇ ਵਿੱਚ ਜਿਹੜੇ ਬੱਚੇ ਇਹਨਾਂ ਕੋਰਸਿਸ ਦੇ ਵਿੱਚ ਜਾਂਦੇ ਨੇ? ਜੀ ਓਬਵੀਅਸਲੀ ਅਗਰ ਤੁਸੀਂ ਕਹਿ ਰਹੇ ਹੋ ਕਿ ਅਗਰ ਕੋਈ LTSSL ਤੇ ਹੈ ਜਾਂ STSSL ਤੇ ਹੈ ਤਾਂ ਓਬਵੀਅਸਲੀ ਉਹ ਜਿਹੜੇ ਕੀ ਕਹਿੰਦੇ ਨੇ ਉਹਨੂੰ, ਜਿਹੜੇ ਫॉर एग्जांपल ਐਗਰੀਕਲਚਰ ਆ ਉਹਦੇ ਵਿੱਚ, ਜਾਂ ਤੁਸੀਂ ਕਹਿ ਰਹੇ ਹੋ ਕਿ ਇੰਜੀਨੀਅਰਿੰਗ ਉਹਦੇ ਸਿਵਲ ਇੰਜੀਨੀਅਰਿੰਗ ਆ ਉਹਦੇ ਵਿੱਚ,
ਇਲੈਕਟ੍ਰੀਕਲ ਆ, ਇਲੈਕਟ੍ਰੋਨਿਕਸ ਇੰਜੀਨੀਅਰਿੰਗ, ਇਹਦਾ ਮਤਲਬ ਉਹਨਾਂ ਨੂੰ ਉਸ ਸਕਿੱਲ ਦੇ ਬੰਦੇ ਦੀ ਜ਼ਰੂਰਤ ਆ ਉਸ ਕੰਟਰੀ 'ਚ ਜੀ, ਤਾਂ ਹੀ ਉਹਨਾਂ ਨੇ ਉਹ ਲੌਂਗ ਟਰਮ ਸਕਿੱਲ 'ਚ ਪਾਇਆ ਉਹਨੂੰ। ਇੱਕ ਚੀਜ਼ ਹੋਰ ਹੈ, ਕੋਰਸ ਦੇ ਨਾਲ ਏਰੀਆ ਬੜਾ ਮੈਟਰ ਕਰਦਾ ਵੀ ਕਿਹੜੇ ਕੋਰਸ ਨੂੰ ਕਿਹੜੇ ਏਰੀਆ ਦੇ ਵਿੱਚ ਲਿਆ ਜਾ ਰਿਹਾ, ਵੀ ਉੱਥੇ ਜੌਬ ਪੋਸਿਬਿਲਿਟੀਜ਼ ਹੈ ਨੇ ਕਿ ਨਹੀਂ। ਸੀ ਇਹਦੇ ਵਿੱਚ ਨਿਊਜ਼ੀਲੈਂਡ ਦਾ ਕਾਫੀ ਐਜੂਕੇਸ਼ਨ ਸਿਸਟਮ ਕਾਫੀ ਰੈਗੂਲੇਟਡ ਆ। ਮੈਂ ਤੁਹਾਨੂੰ ਇਹ ਕਿਹਾ ਕਿ NZQA ਤੋਂ ਕੋਈ ਵੀ ਕੋਰਸ ਡਿਲੀਵਰ ਕਰਨ ਵਾਸਤੇ ਤੁਸੀਂ ਜਾਂ ਪੜ੍ਹਾਉਣ ਵਾਸਤੇ ਉੱਥੇ ਤੁਹਾਨੂੰ NZQA ਦੀ ਉੱਥੇ ਅਪਰੂਵਲ ਲੈਣੀ ਪੈਂਦੀ ਹੈ। ਤਾਂ NZQA ਵੀ ਜਿਹੜਾ ਅਪਰੂਵਲ ਦਿੰਦਾ ਹੈ ਉਹ ਏਰੀਆ ਵਾਈਜ਼ ਹੀ ਦਿੰਦਾ ਹੈ। ਤੁਸੀਂ ਹੁਣ ਕਹੋਗੇ ਕਿ ਵੈਰਾਕੀ ਕੋਲ ਅਪਰੂਵਲ ਜਿਹੜੀ ਮਿਲਦੀ ਹੈ ਉਹ ਡੇਅਰੀ ਦੀ ਮਿਲਦੀ, ਐਗਰੀਕਲਚਰ ਦੀ ਮਿਲਦੀ, ਟੂਰਿਜ਼ਮ ਮਿਲਦੀ, ਕਿਉਂਕਿ ਜਿੱਥੇ ਲੋਕੇਟਡ ਹੈ ਵੈਰਾਕੀ ਇੰਸਟੀਚਿਊਟ ਆਫ ਟੈਕਨੋਲੋਜੀ ਰੋਟੋਰੂਆ ਰੀਜਨ ਤੇ, ਉਹ ਹੈ ਹੀ ਇਨ ਚੀਜ਼ਾਂ ਵਾਸਤੇ ਫੇਮਸ ਜੀ। ਠੀਕ ਹੈ, ਫॉर एग्जांपल NMIT ਡਿਲੀਵਰ ਕਰਦਾ ਵਾਈਨ ਦੇ ਕੋਰਸਸ ਜਾਂ ਐਕਵਾਕਲਚਰ ਦੇ, ਉਹ ਜਿਹੜਾ ਏਰੀਆ ਹੈ ਨੈਲਸਨ ਮਾਲਬਰੋ ਏਰੀਆ ਹੈ ਉਹ ਬੇਸਿਕਲੀ ਇਨ ਚੀਜ਼ਾਂ ਵਾਸਤੇ ਹੀ ਫੇਮਸ ਆ। ਉੱਥੇ ਜਿਹੜੀ ਇਕਨੋਮੀ ਆ, ਲੋਕਾਂ ਦਾ ਜਿਹੜਾ ਕੰਮ ਆ, ਉਹ ਇਹੀ ਰਿਲੇਟਡ ਹੀ ਕੰਮ ਆ। ਤਾਂ ਆਬਵੀਅਸਲੀ ਇਹੀ ਕੋਰਸਸ ਡਿਲੀਵਰ ਕਾਲਜਸ ਵੀ ਕਰਦਾ ਤਾਂ ਕਿ ਸਟੂਡੈਂਟਸ ਨੂੰ ਅੱਗੇ ਜਾ ਕੇ ਜੌਬ ਅਪਰਚੁਨਿਟੀਜ਼ ਵੀ ਅੱਛੀ ਮਿਲੇ। ਤਾਂ ਸਟੂਡੈਂਟ ਹਾਂਜੀ ਜੀ ਬਿਲਕੁਲ। ਮੈਂ ਇੱਥੇ ਇੱਕ ਹੋਰ ਸਵਾਲ ਕਰਨਾ ਚਾਹੁੰਦਾ, ਬੱਚੇ ਕਈ ਵਾਰੀ ਸਕਿੱਲ ਕੋਰਸਿਸ ਦੇ ਵਿੱਚ ਜਾਣਾ ਚਾਹੁੰਦੇ ਨੇ, ਜਾ ਵੀ ਰਹੇ ਨੇ ਜਾਂ ਜਾਣਗੇ ਵੀ। ਕਈ ਵਾਰੀ ਕੀ ਹੁੰਦਾ, ਜਾ ਕੇ ਬੱਚਾ ਰੈਲੇਵੈਂਟ ਜੌਬ ਵੱਲ ਧਿਆਨ ਨਹੀਂ ਦਿੰਦਾ, ਔਡ ਜੌਬ ਥੋੜਾ ਮੈਂ ਕਹੂੰਗਾ ਕਿਸੇ ਵੀ ਜੌਬ ਦੇ ਵਿੱਚ ਜਿੱਥੇ ਪੈਸੇ ਵੱਧ ਮਿਲਦੇ ਨੇ ਥੋੜਾ ਉਹਨੂੰ ਪ੍ਰੈਫਰ ਕਰਨਾ ਸ਼ੁਰੂ ਕਰ ਦਿੰਦਾ। ਕੀ ਕਰਨਾ ਕੀ ਚਾਹੀਦਾ ਐਕਚੁਅਲ ਜਿਹੜਾ ਸਟੂਡੈਂਟ ਐਕਚੁਅਲ 'ਚ ਅਗਰ ਲੌਂਗ ਟਰਮ ਸੈਟਲਮੈਂਟ ਕੋਈ ਵੀ ਸਟੂਡੈਂਟ ਦੇਖ ਰਿਹਾ ਨਿਊਜ਼ੀਲੈਂਡ ਵਿੱਚ ਤਾਂ ਉਹਨੂੰ ਆਪਣਾ ਰੈਲੇਵੈਂਸੀ ਮੇਨਟੇਨ ਕਰਨੀ ਚਾਹੀਦੀ ਹੈ। ਸਟੂਡੈਂਟ ਜਿਹੜੇ ਕੋਰਸ ਕਰ ਰਿਹਾ ਉਸੇ ਕੋਰਸ 'ਚ ਕੋਸ਼ਿਸ਼ ਕਰੇਗੀ ਪਾਰਟ ਟਾਈਮ ਜੌਬ ਵੀ ਉਸੇ ਕੋਰਸ ਰਿਲੇਟਡ ਮਿਲੇ, ਤਾਂ ਕਿ ਜਦੋਂ ਉਹਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਹੈ 1 ਈਅਰ ਦਾ, ਉਹਦੇ ਬਾਅਦ ਉਹ ਉਸ ਲਾਈਨ ਤੇ ਆਲਰੇਡੀ ਹੈ। ਫॉर एग्जांपल ਅਗਰ ਤੁਸੀਂ ਇੰਜੀਨੀਅਰਿੰਗ ਦਾ ਕੋਰਸ ਕਰ ਰਹੇ ਹੋ, ਕੰਮ ਉੱਥੇ ਫਰੂਟ ਪਿਕਿੰਗ ਦਾ ਕਰ ਰਹੇ ਹੋ, ਸਡਨਲੀ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਿਆ, ਤੁਸੀਂ ਜੌਬ ਲੱਭ ਰਹੇ ਹੋ ਮਾਰਕੀਟ 'ਚ, ਤੁਹਾਨੂੰ ਪਤਾ ਹੀ ਨਹੀਂ ਹੈ ਜੌਬ ਲੱਭਣੀ ਕਿੱਥੇ ਹੈ। ਇੱਥੇ ਇੱਕ ਪੁਆਇੰਟ ਦੱਸਣਾ ਚਾਹਾਂਗੇ, ਕਾਲਜਸ ਦੇ ਪਲੇਸਮੈਂਟ ਸੈਲਸ ਤਾਂ ਹੁੰਦੇ ਨੇ, ਉਹ ਤੁਹਾਨੂੰ ਪਲੇਸ ਕਰਾਉਣਗੇ ਜਾਂ ਇੰਟਰਵਿਊਜ਼ ਤੇ ਭੇਜਣਗੇ, ਬਟ ਸਟੂਡੈਂਟ ਨੂੰ ਵੀ ਇੰਨੀ ਰਿਸਰਚ ਕਰਨੀ ਜ਼ਰੂਰੀ ਹੈ ਉੱਥੇ ਜੀ। ਠੀਕ ਹੈ, ਅਗਰ ਕੋਈ ਸਪੈਸੀਫਿਕ ਕੋਰਸ ਕਰਨ ਜਾ ਰਿਹਾ ਤਾਂ ਮੇਰੀ ਇਹੀ ਰਾਏ ਰਹੇਗੀ ਕਿ ਉसी ਕੋਰਸ ਦੇ ਰਿਲੇਵੈਂਟ ਹੀ ਜੌਬ ਲੱਭਣ ਦੀ ਕੋਸ਼ਿਸ਼ ਕਰੇ, ਚਾਹੇ ਪਾਰਟ ਟਾਈਮ ਹੋ ਚਾਹੇ ਫੁੱਲ ਟਾਈਮ ਹੋ, ਤਦ ਉਹਦਾ ਫਿਊਚਰ ਉੱਥੇ ਸਿਕਿਉਰ ਹੈ। ਲੌਂਗ ਟਾਈਮ ਮੈਂ ਕਹੂੰਗਾ ਪ੍ਰੋਫਿਟ ਦੇਖਣਾ ਚਾਹੀਦਾ, ਸ਼ਾਰਟ ਟਾਈਮ ਪ੍ਰੋਫਿਟ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਵੀ ਅੱਜ ਇੱਥੇ ਪੈਸੇ ਵੱਧ ਮਿਲਦੇ ਨੇ, ਇੱਥੇ ਘੰਟੇ ਦੇ ਜਿਹੜੇ ਡਾਲਰ ਵੱਧ ਮਿਲ ਰਹੇ ਨੇ, ਉਸ ਚੀਜ਼ ਦਾ ਨੁਕਸਾਨ ਅੱਗੇ ਜਾ ਕੇ ਜ਼ਰੂਰ ਸਾਹਮਣਾ ਕਰਨਾ ਪੈ ਸਕਦਾ। ਬਟ ਰੈਲੇਵੈਂਟ ਜਦੋਂ ਆਪਾਂ ਕਰਦੇ ਹਾਂ, ਜੋ ਪੜ੍ਹ ਰਹੇ ਹਾਂ ਉਹੀ ਪ੍ਰੈਕਟੀਕਲੀ ਜੌਬ ਦੇ ਵਿੱਚ ਵੀ ਸਿੱਖ ਰਹੇ ਹਾਂ, ਤਾਂ ਉਸ ਚੀਜ਼ ਦਾ ਲੌਂਗ ਟਰਮ ਜਾ ਕੇ ਫਾਇਦਾ ਕਾਫੀ ਮਿਲ ਸਕਦਾ। ਅੱਜ ਨਿਊਜ਼ੀਲੈਂਡ ਬਾਰੇ ਗੱਲਬਾਤ ਚੱਲ ਰਹੀ ਹੈ ਜੀ। ਨਿਊਜ਼ੀਲੈਂਡ ਜਾਣ ਵਾਲਾ ਵਿਦਿਆਰਥੀ ਬਹੁਤ ਜ਼ਿਆਦਾ ਇਸ ਟਾਈਮ ਅਵੇਅਰ ਹੋ ਚੁੱਕਾ ਹੈ ਤੇ ਕੋਸ਼ਿਸ਼ ਇਹ ਕਰ ਰਹੇ ਹਾਂ ਜਿੱਥੇ ਉਹਨੂੰ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਉਹ ਸ਼ੋਅ ਦੇ ਥਰੂ ਵੀ ਕੋਸ਼ਿਸ਼ ਸਾਡੀ ਰਹਿੰਦੀ ਹੈ ਵੀ ਕਲੀਅਰ ਕਰੀਏ। ਫਿਰ ਵੀ ਮੈਡਵੇ ਵੱਲੋਂ ਵੀ ਸਰਵਿਸ ਦਿੱਤੀ ਜਾ ਰਹੀ ਹੈ। ਤੁਸੀਂ ਇਹਨਾਂ ਦੇ ਆਫਿਸਿਸ ਦੇ ਵਿੱਚ ਕਾਲ ਕਰਕੇ ਜਾਂ ਵਿਜ਼ਿਟ ਕਰਕੇ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ। ਆਪਣੇ ਅਕੈਡਮਿਕ ਡਾਕੂਮੈਂਟ ਜਾ ਕੇ ਉਹਦਾ ਕੋਈ ਵੀ ਚਾਰਜ ਤੁਹਾਨੂੰ ਨਹੀਂ ਦੇਣਾ ਪਏਗਾ। ਫ੍ਰੀ ਆਫ ਕਾਸਟ ਅਸੈਸਮੈਂਟ ਕਰਾਉਣ ਲਈ ਤੁਸੀਂ ਮੈਡਵੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਦੇਖੀਏ ਜੀ, ਜਦੋਂ ਅੱਜ ਦੇਖਿਆ ਜਾ ਰਿਹਾ ਇੱਕ ਵੀਜ਼ਾ ਲੈਣਾ ਵੱਡੀ ਪ੍ਰੋਬਲਮ ਗਿਣੀ ਜਾ ਰਹੀ ਹੈ ਵੀ ਨਿਊਜ਼ੀਲੈਂਡ ਦਾ ਵੀਜ਼ਾ ਮਿਲੇਗਾ ਕਿ ਨਹੀਂ। ਕੀ ਸਿਰਫ ਇਹੀ ਮੇਨ ਸਟੈਪ ਹੈ? ਵੀਜ਼ੇ ਤੋਂ ਬਾਅਦ ਦੀ ਪ੍ਰੋਬਲਮਸ ਖਤਮ ਹੋ ਜਾਂਦੀਆਂ, ਉੱਥੇ ਜਾ ਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਬੱਚੇ ਨੂੰ? ਆਈ ਥਿੰਕ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹਦੇ 'ਚ ਕੰਸਲਟੈਂਟ ਦਾ ਰੋਲ ਕਾਫੀ ਇੰਪੋਰਟੈਂਟ ਆ। ਬੇਸਿਕਲੀ ਸਹੀ ਤਰ੍ਹਾਂ ਨਾਲ ਉਹਨੂੰ ਗਾਈਡ ਕਰੇ, ਬੇਸਿਕਲੀ ਕੈਰੀਅਰ ਕਾਉਂਸਲਿੰਗ ਬੇਸਿਕਲੀ। ਤਾਂ ਮੈਂ ਦੇਖਿਆ ਹੈ ਕਿ ਸਟੂਡੈਂਟ ਨੂੰ ਇੱਥੇ ਵੀਜ਼ਾ ਮਿਲ ਵੀ ਗਿਆ, ਬਹੁਤ ਸਾਰੇ ਸਟੂਡੈਂਟ ਵਾਪਸ ਵੀ ਆ ਜਾਂਦੇ ਜੀ। ਬਿਲਕੁਲ, ਬਹੁਤ ਸਾਰੇ ਸਟੂਡੈਂਟ ਵਾਪਸ ਵੀ ਆ ਜਾਂਦੇ, ਬਹੁਤ ਸਾਰੇ ਸਟੂਡੈਂਟ ਉੱਥੇ ਕਲੀਅਰ ਨਹੀਂ ਕਰ ਪਾਉਂਦੇ ਕੋਰਸ। ਅੱਛਾ, ਕਈਆਂ ਦੇ ਇਹ ਵੀ ਦੇਖਿਆ ਜਿਹੜੇ ਵਾਪਸ ਆ ਕੇ ਨਿਊਜ਼ੀਲੈਂਡ ਬਾਰੇ ਬੜੀ ਮਾੜੀ ਜਿਹੀ ਫੀਡਬੈਕ ਦਿੰਦੇ, ਨਹੀਂ ਨਿਊਜ਼ੀਲੈਂਡ ਨਹੀਂ ਜਾਣਾ ਚਾਹੀਦਾ। ਹਾਂ ਹਾਂਜੀ, ਉੱਥੇ ਜੌਬ ਅਵੇਲੇਬਲ ਨਹੀਂ ਹੈ। ਲੇਕਿਨ ਤੁਸੀਂ ਜਾ ਸਟੂਡੈਂਟ ਵੀਜ਼ਾ ਤੇ ਰਹੇ ਹੋ। ਪਹਿਲੀ ਗੱਲ ਤੁਸੀਂ ਇਹ ਭੁੱਲ ਰਹੇ ਹੋ ਕਿ ਤੁਸੀਂ ਜਾ ਸਟੂਡੈਂਟ ਵੀਜ਼ਾ ਤੇ ਰਹੇ ਹੋ। ਤੁਹਾਨੂੰ ਜਾਂਦੇ ਉੱਥੇ ਹਫਤੇ 'ਚ ਜੌਬ ਚਾਹੀਦੀ ਹੈ। ਇੱਥੋਂ ਤੁਸੀਂ ਕਲਕੱਤਾ ਵੀ ਚਲੇ ਜਾਓਗੇ ਤੁਹਾਨੂੰ ਜੌਬ ਨਹੀਂ ਮਿਲਣੀ। ਪਹਿਲੇ ਨਵਾਂ ਏਰੀਆ, ਨਵਾਂ ਐਟਮੋਸਫੀਅਰ, ਹਰ ਚੀਜ਼ ਪਤਾ ਹੀ ਨਹੀਂ ਲੱਗਦਾ। ਮਹੀਨਾ 2 ਮਹੀਨਾ ਤਾਂ ਮੁੰਬਈ ਵਿੱਚ ਲੱਗ ਜਾਏਗਾ, ਉੱਥੇ ਬੈਠੇ ਤੁਹਾਨੂੰ ਲੱਭਣਾ ਪਏਗਾ, CV ਦੋਗੇ, ਇਹ ਲੋਗੇ। ਤਾਂ ਨਿਊਜ਼ੀਲੈਂਡ ਜਿਵੇਂ ਕੰਟਰੀ, ਬਾਹਰ ਦੇ ਮੁਲਕ ਤੇ ਤੁਸੀਂ ਜਾ ਰਹੇ ਹੋ, ਆਪਣੇ ਆਪ ਨੂੰ 2 ਮਹੀਨੇ ਮੈਂ ਕਹਿ ਕੇ ਚੱਲਣਾ ਕਿ 2 ਮਹੀਨੇ ਮਿਨੀਮਮ ਟਾਈਮ ਦਿਓ ਉੱਥੇ ਸੈਟਲ ਡਾਊਨ ਹੋਣ ਦਾ, ਔਰ ਪੜ੍ਹਾਈ ਆਪਣਾ ਮੇਨ ਮੋਟਿਵ ਰੱਖੋ, ਕਿਉਂਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ। ਅਗਰ ਤੁਸੀਂ ਫਸਟ ਸਟੈਪ ਹੀ ਕਲੀਅਰ ਨਹੀਂ ਕਰੋਗੇ, ਫਸਟ ਸਟੈਪ ਤੁਹਾਡਾ ਸਟੂਡੈਂਟ ਵੀਜ਼ਾ, ਪੜ੍ਹਨਾ ਉੱਥੇ, ਅਗਰ ਤੁਸੀਂ ਪੜ੍ਹੋਗੇ ਨਹੀਂ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲੇਗਾ, ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲੇਗਾ, ਤੁਹਾਨੂੰ PR ਨਹੀਂ ਮਿਲੇਗਾ। ਸੋ ਇਹ ਕੰਟਰੀ ਵੀ ਆਪਣੀ ਪਾਲਿਸੀ ਸਾਫ਼ ਸਮਝਾਉਂਦੀ ਹੈ, ਸਟੱਡੀ ਫਿਰ ਵਰਕ ਫਿਰ ਸੈਟਲ। ਹਾਂਜੀ, तो ਤੁਸੀਂ ਪਹਿਲੇ ਸਟੱਡੀ ਤੇ ਆਪਣਾ ਫੋਕਸ ਕਰੋ, ਚਾਹੇ ਉਹ ਅੱਛੇ ਗਵਰਨਮੈਂਟ ਪੋਲੀਟੈਕਨਿਕਸ ਜਾਓ ਜਾਂ ਪ੍ਰਾਈਵੇਟ ਕਾਲਜਸ ਜਾਓ। ਬਹੁਤ ਅੱਛੇ ਪ੍ਰਾਈਵੇਟ ਕਾਲਜਸ ਹੈ ਜਿਹੜੇ ਕਿ ਬਹੁਤ ਅੱਛਾ ਇਨਫਰਾਸਟ੍ਰਕਚਰ ਆ, ਉਹਨਾਂ ਦੀ ਪੜ੍ਹਾਈ ਵੀ ਅੱਛੀ ਹੁੰਦੀ ਹੈ, ਉਹ NZQA ਦੇ ਨੋਰਮਸ ਨੂੰ ਵੀ ਫੋਲੋ ਕਰਦੇ ਨੇ। ਉਹਦੇ 'ਚ ਜਿਹੜਾ ਯੂਨੀਵਰਸਿਟੀਜ਼ ਵਾਸਤੇ ਤੁਸੀਂ ਕੁਆਲੀਫਾਈ ਹੁੰਦੇ ਹੋ ਤਾਂ ਯੂਨੀਵਰਸਿਟੀਜ਼ ਵਾਸਤੇ ਜਾਓ, ਉੱਥੇ ਪੜ੍ਹਾਈ ਕਰੋ, ਅੱਗੇ ਅੱਗੇ ਸਾਰਾ ਰਸਤਾ ਖੁੱਲਦਾ ਜਾਏਗਾ ਸਟੈਪ ਬਾਈ ਸਟੈਪ। ਇਹ ਮੈਂ ਇੱਕ ਪੁੱਛਣਾ ਚਾਹੁੰਦਾ ਬੱਚੇ ਵੱਲੋਂ ਸਵਾਲ, ਕਾਫੀ ਬੱਚੇ ਵਿਜ਼ਿਟ ਕਰਦੇ ਨੇ ਸਾਡੇ ਤੱਕ ਵੀ, ਕਈ ਵਾਰੀ ਮਿਲ ਜਾਂਦੇ ਨੇ ਵੀ ਨਿਊਜ਼ੀਲੈਂਡ ਨੂੰ ਲੈ ਕੇ ਕਈ ਵਾਰੀ ਕਨਫਿਊਜ਼ਨ ਸਿਰਫ ਕਿਸੇ ਨੂੰ ਦੇਖ ਕੇ ਹੁੰਦੀ ਹੈ ਵੀ ਨਹੀਂ ਜੀ ਉਹ ਗਿਆ ਸੀ ਵਾਪਸ ਆ ਗਿਆ, ਨਿਊਜ਼ੀਲੈਂਡ ਨਹੀਂ ਜਾਣਾ ਚਾਹੀਦਾ ਜਾਂ ਉੱਥੇ ਜੌਬ ਨਹੀਂ ਮਿਲਦੀ।
ਕਿ ਜੌਬ ਨੂੰ ਲੈ ਕੇ ਪ੍ਰੋਬਲਮ ਹੈ ਜਾਂ ਬੱਚੇ ਦੇ ਸਕਿਲਡ ਨੂੰ ਲੈ ਕੇ ਪ੍ਰੋਬਲਮਸ ਆਉਂਦੀਆਂ ਨੇ ਜਿਹੜੇ ਜੌਬ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈ। ਜਿਹੜੀ ਸਟੈਟਿਸਟਿਕਸ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੀ ਦਿੰਦੀ ਹੈ, ਉਹ ਕਹਿੰਦੀ ਕਿ 70% ਜਿਹੜਾ ਬੱਚਾ ਜਾਂਦਾ ਸਟੂਡੈਂਟ ਉਹ ਵਰਕ ਪਰਮਿਟ ਤੇ ਕਨਵਰਟ ਹੁੰਦਾ ਹੈ, ਔਰ 70% ਬੱਚਾ, ਔਰ ਉਹਦੇ ਵਿੱਚ ਕਾਫੀ ਸਾਰੇ PR ਤੇ ਕਨਵਰਟ ਹੁੰਦੇ ਆ। ਇਹਦਾ ਮਤਲਬ ਜਿਹੜਾ ਬੱਚਾ ਜਿਹੜਾ ਵਾਪਸ ਆ ਰਿਹਾ ਉਹ ਸਿਰਫ ਮੈਨੂੰ ਲੱਗਦਾ 1% ਬੱਚਾ 100 ਵਿੱਚੋਂ ਇੱਕ ਬੱਚਾ ਵਾਪਸ ਆ ਰਿਹਾ ਹੋਗਾ। ਉਹ ਵੀ ਆਪਣੀ ਕੁਝ ਕਮੀਆਂ ਹੋ ਸਕਦੀਆਂ ਜੇ 99 ਬੱਚਾ ਵਾਪਸ ਨਹੀਂ ਆ ਰਿਹਾ ਉਹਦੇ ਚੋਂ। ਇਹ ਮੈਂ ਐਗਜ਼ਾਮਪਲ ਦਵਾਂ, ਇੱਕ ਸਟੂਡੈਂਟ ਅਸੀਂ 3 ਵਾਰੀ ਨਿਊਜ਼ੀਲੈਂਡ ਭੇਜਿਆ, 3 ਵਾਰੀ। ਪਹਿਲੀ ਵਾਰੀ ਆ ਗਿਆ ਸੀ ਵਾਪਸ, ਇੱਕ ਕਾਲਜ ਤੋਂ ਹੋਮਸਿਕ ਹੋ ਗਿਆ ਸੀ। ਦੂਸਰੀ ਵਾਰ ਫਿਰ ਭੇਜਿਆ, ਫਿਰ ਵਾਪਸ ਆ ਗਿਆ, ਫੈਮਿਲੀ ਕੋਈ ਪ੍ਰੋਬਲਮ, ਉਹਦੀ ਵਾਈਫ ਨਾਲ ਅਲੱਗ ਨਹੀਂ ਰਹਿ ਪਿਆ, ਫਿਰ ਵਾਪਸ ਆ ਗਿਆ। ਤੀਸਰੀ ਵਾਰ ਫਿਰ ਭੇਜਿਆ, ਹੁਣ ਜਾ ਕੇ ਥੋੜਾ ਸੈੱਟ ਹੋਇਆ, ਉਮੀਦ ਹੈ ਕਿ ਉਹ ਠਹਿਰ ਜਾਏਗਾ। ਲੇਕਿਨ ਸਟੂਡੈਂਟ ਦੀ ਕਈ ਵਾਰ ਇਹੋ ਜਿਹੀ ਪ੍ਰੋਬਲਮਸ ਵੀ ਹੁੰਦੀ ਹੈ, ਠੀਕ ਹੈ। ਔਰ ਪਹਿਲੇ ਕੋਈ ਪ੍ਰੋਬਲਮ ਹੋਗੀ, ਫੈਮਿਲੀ ਪ੍ਰੋਬਲਮ ਹੈ, ਨੇਚਰ 10 ਦਿਨ 'ਚ 15 ਦਿਨ 'ਚ ਕੋਈ ਵੀ ਕਿਸੇ ਕੰਟਰੀ ਨੂੰ ਜੱਜ ਨਹੀਂ ਕਰ ਸਕਦਾ। ਟਾਈਮ ਹਰ ਚੀਜ਼ ਦਾ ਲੱਗਦਾ ਹੈ। ਯੂ ਨੀਡ ਟੂ ਬੀ ਪੇਸ਼ੈਂਟ ਇਨਫ। ਜਿਹੜਾ ਤੁਹਾਡਾ ਫਰਸਟ ਜਿਹੜਾ ਗੋਲ ਆ ਉਹਨੂੰ ਤੁਸੀਂ ਫਿਲ ਕਰੋ, ਯੂ ਨੋ। ਅਗਰ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ, ਪੜਨ ਗਏ ਹੋ ਤੁਸੀਂ ਉੱਥੇ, ਤਾਂ ਪੜ੍ਹਾਈ ਵੱਲ ਫੋਕਸ ਰੱਖੋ। ਪਾर्ट टाइम जॉब ऑब्वियसली सब नहीं करनी है। अगर मैं कहांगे पार्ट टाइम जॉब ना करो तो बेवकूफ़ी वाली गल है। वो तो न्यूजीलैंड गवर्नमेंट ही कह रही है जो तो 20 आवर्स लीगली पार्ट टाइम जॉब अलाउ कर रही है, ਇਹਦਾ मतलब वो भी चाह रहे कि ਤੁਸੀਂ पार्ट टाइम जॉब करो, बट एक तरीके नाल करो। टाइम अपने आप ਨੂੰ दो, पढ़ाई 'ਚ भी अपना फोकस रखो, पार्ट टाइम जॉब भी करो। कोशिश करो पार्ट टाइम जॉब ਜਿਹੜੀ मिल रही है थोड़ी जी रेलेवेंट हो, ताकि ਤੁਹਾਨੂੰ पोस्ट स्टडी वर्क वीज़ा ਤੇ जॉब ਲੈਣੀ ਇੰਨੀ ਮੁਸ਼ਕਿਲ ਨਾ ਹੋ। ਜੀ ਬਿਲਕੁਲ। ਦੇਖੋ ਪੜ੍ਹਾਈ ਦੇ ਨਾਲ ਕਮਾਈ ਕੋਈ ਮਾੜੀ ਨਹੀਂ, ਬਟ ਕਮਾਈ ਦੇ ਨਾਲ ਪੜ੍ਹਾਈ ਕਰਨੀ ਉਹ ਕਿਤੇ ਪ੍ਰੋਬਲਮ ਆ ਸਕਦੀ ਵੀ ਪਹਿਲ ਜਦੋਂ ਆਪਾਂ ਕਮਾਈ ਨੂੰ ਦੇਣਾ ਸ਼ੁਰੂ ਕਰ ਦਿੰਦੇ। ਬਹੁਤ ਸੋਹਣੀ ਗੱਲ ਕੀਤੀ ਜਗਜੀਤ ਜੀ ਨੇ ਵੀ ਤੁਸੀਂ ਚਾਹ ਤਾਂ ਪੜ੍ਹਨ ਲਈ ਰਹੇ ਹੋ, ਉਹ ਤੇ ਸੁਪਨੇ ਜਾਂਦੇ ਵੀ ਜੌਬ ਨਹੀਂ ਮਿਲੀ। ਜੇ ਸ਼ਿਕਾਇਤ ਹੋਵੇ ਵੀ ਮੈਨੂੰ ਪ੍ਰੋਪਰ ਸਟੱਡੀ ਨਹੀਂ ਮਿਲ ਰਹੀ, ਕੁਆਲਿਟੀ ਆਫ ਐਜੂਕੇਸ਼ਨ ਨਹੀਂ ਮੈਂ ਆਇਆ ਸੀ, ਮੈਨੂੰ ਉਹਦੇ ਵਿੱਚ ਸ਼ਿਕਾਇਤ ਆ, ਉਹ ਤਾਂ ਇੱਕ ਬੱਚੇ ਦੀ ਸਟੂਡੈਂਟ ਵੀਜ਼ਾ ਦੀ ਮੰਨੀ ਵੀ ਕਿਤੇ ਇਹਨੂੰ ਪ੍ਰੋਬਲਮ ਆ ਰਹੀ ਹੈ। ਹਮੇਸ਼ਾ ਸ਼ਿਕਾਇਤ ਜਦੋਂ ਜੌਬ ਨੂੰ ਲੈ ਕੇ ਮਿਲਦੀ ਹੈ ਤਾਂ ਉਹ ਜ਼ਰੂਰ ਮੈਂ ਕਹੂੰਗਾ ਦੁੱਖ ਵਾਲੀ ਗੱਲ ਵੀ ਹੈ। ਇੱਕ ਸਟੂਡੈਂਟ ਆਪਣੀ ਸਟੱਡੀ ਵੀਜ਼ਾ ਨੂੰ ਸਹੀ ਤਰ੍ਹਾਂ ਸਮਝ ਨਹੀਂ ਪਾ ਰਿਹਾ। ਅੱਜ ਦੇਖਦੇ ਆ IPP ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਨੌਨ IPP ਪ੍ਰੋਗਰਾਮ ਵੀ ਚੱਲ ਰਿਹਾ, ਉਹਦੇ ਵਿੱਚ ਵੀ ਵੀਜ਼ਾਜ਼ ਆ ਰਹੇ ਨੇ, ਬਟ ਬੱਚਾ ਧਿਆਨ ਸਿਰਫ ਜੌਬ ਵੱਲ ਜੇ ਦੇਗਾ ਤਾਂ ਐਸੀਆਂ ਜਿਹੜੀਆਂ ਮੈਂ ਕਹੂੰਗਾ ਮੁਸ਼ਕਿਲਾਂ ਦੂਸਰੇ ਲਈ ਵੀ ਕ੍ਰੀਏਟ ਕਰਦਾ ਰਹੇਗਾ। ਅੱਜ ਨਿਊਜ਼ੀਲੈਂਡ ਜਾਣ ਵਾਲਾ ਬੱਚਾ ਜਦੋਂ ਪਹੁੰਚਦਾ ਕੱਲਾ ਮਹਿਸੂਸ ਕਰਦਾ ਵਾ 에ਅਰਪੋਰਟ ਤੋਂ ਬਾਹਰ ਕਿਵੇਂ ਜਾਣਾ ਜਾਂ ਪੋਸਟ ਲੈਂਡਿੰਗ ਸਰਵਿਸਿਜ਼, ਉਹਦੇ ਵਿੱਚ ਮੈਡਵੇ ਦੀ ਵੀ ਕੋਈ ਸਰਵਿਸਿਜ਼ ਹੈਗੀਆਂ ਨੇ? ਡੈਫੀਨਿਟਲੀ ਸਾਡੀ ਪੋਸਟ ਲੈਂਡਿੰਗ ਸਰਵਿਸਿਜ਼ ਜਿਹੜੀ ਮਤਲਬ ਪਹੁੰਚਣ ਦੇ ਬਾਅਦ ਜਿਹੜੀ ਸਰਵਿਸਿਜ਼ ਹੈ, ਪ੍ਰੀ ਡਿਪਾਰਚਰ ਇੱਥੋਂ ਜਿਹੜੀ ਗਾਈਡੈਂਸ ਦਿੰਦੇ ਆ, ਇਹ ਦੋਨੋਂ ਬਹੁਤ ਸਟਰੋਂਗ ਆ, ਬਹੁਤ ਇਫੈਕਟਿਵ ਆ। ਯੂ ਨੋ ਕਈ ਕਾਲਜਸ ਫ੍ਰੀ 에ਅਰਪੋਰਟ ਪਿਕਅਪ ਔਰ ਅਕੋਮੋਡੇਸ਼ਨ ਵੀ ਦਿੰਦੇ ਨੇ। ਨੀਡ ਕੀ ਹੈ ਇੱਕ ਬੱਚੇ ਨੂੰ ਇਹ ਪੋਸਟ ਲੈਂਡ ਸਰਵਿਸਿਜ਼ ਦੀ? ਬਹੁਤ ਅੱਛਾ ਪੁਆਇੰਟ ਹੈ ਐਕਚੁਅਲੀ। ਯੂ ਨੋ ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਇੱਥੇ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਸਟੂਡੈਂਟ ਅਸੀਂ ਭੇਜ ਰਹੇ ਹਾਂ ਇੱਥੋਂ, ਉਹਦੀ ਅਕੋਮੋਡੇਸ਼ਨ ਅਰੇਂਜਡ ਹੋਏ ਔਰ ਇਹਦੀ 에ਅਰਪੋਰਟ ਪਿਕਅਪ ਹੋ ਜਾਏ। ਕਿਉਂਕਿ ਜਦੋਂ ਲੈਂਡ ਕਰਦਾ ਇੱਕ ਦੂਸਰੀ ਕੰਟਰੀ 'ਚ, ਉਹਦੀ ਐਕਸਪੈਕਟੇਸ਼ਨ ਇੱਕ ਹੁੰਦੀ ਹੈ। ਜਦੋਂ ਉਹਨੂੰ ਇੱਕ ਰੋਂਗ ਇੱਕ ਇੰਪ੍ਰੈਸ਼ਨ ਮਿਲ ਜਾਂਦਾ ਹੈ ਜਾਂਦੇ ਹੀ, ਪਹੁੰਚਦੇ ਹੀ, ਫਿਰ ਉਹ ਬੜਾ ਮੁਸ਼ਕਿਲ ਹੋ ਜਾਂਦਾ, ਡਿਪਰੈਸ ਹੋ ਜਾਂਦਾ ਬੱਚਾ। ਅਸੀਂ ਕੋਸ਼ਿਸ਼ ਕਰਦੇ ਕਿ ਜਿਵੇਂ ਬੱਚਾ ਜਾਂਦਾ ਉਹਨੂੰ ਹੀ ਕੰਫਰਟ ਲੈਵਲ ਦੇਈਏ। ਅਸੀਂ ਕਈ ਕਾਲਜਸ ਨਾਲ ਟਾਈ ਅਪ ਇਹੋ ਜਿਹੇ ਕੀਤੇ ਨੇ ਕਿ ਉੱਥੇ ਅਸੀਂ ਸਟੂਡੈਂਟ ਜਿਹੜਾ ਵੀ ਅਸੀਂ ਭੇਜਾਂਗੇ ਉਹਦੀ ਅਕੋਮੋਡੇਸ਼ਨ 2 ਹਫ਼ਤੇ ਦੀ ਫ੍ਰੀ ਹੋਏਗੀ ਔਰ 에ਅਰਪੋਰਟ ਪਿਕਅਪ ਫ੍ਰੀ ਹੋਏਗਾ। ਉਹ ਅਰੇਂਜਮੈਂਟ ਅਸੀਂ ਕੀਤੀ ਹੈ, ਉਹਦੀ ਅਰੇਂਜਮੈਂਟ ਪੂਰੀ ਅਸੀਂ ਡਾਕੂਮੈਂਟ ਦਿੰਦੇ ਹਾਂ ਸਟੂਡੈਂਟ ਨੂੰ, ਤੇ ਆਫਰ ਲੈਟਰ 'ਚ ਲਿਖਿਆ ਹੁੰਦਾ ਉਹਦੇ ਵਿੱਚ ਸਟੂਡੈਂਟ ਦਾ ਜਦੋਂ ਵੀਜ਼ਾ ਮਿਲਦਾ ਹੈ, ਜਦੋਂ ਟਿਕਟ ਭੇਜਦਾ ਆਪਣੀ, ਉਹਦੇ ਨਾਲ ਉਹਨੂੰ ਕਨਫਰਮੇਸ਼ਨ ਆਉਂਦੀ ਹੈ ਔਰ ਸਾਰੇ ਉਹ ਚੀਜ਼ਾਂ ਉਹਦੇ ਵਿੱਚ ਅਵੇਲੇਬਲ ਹੁੰਦੀ ਹੈ। ਘੱਟੋ ਘੱਟ 15 ਕੁ ਦਿਨ ਉਹ ਮੈਂਟਲੀ ਆਪਣੇ ਆਪ ਨੂੰ ਸੈੱਟ ਕਰ ਲੈਂਦਾ, 15 ਦਿਨ 'ਚ ਸੈੱਟ ਹੋ ਜਾਂਦਾ। ਉਹਦੇ ਤੱਕ ਉਹਦੀ ਸਕੂਲ ਕਾਲਜਸ ਜਿਹੜੇ ਜਾਂਦਾ ਹੈ, ਉਹਦੇ ਵਿੱਚ ਕਾਲਜਸ ਸਰਕਲ ਇੱਕ ਬਣ ਜਾਂਦਾ ਹੈ। ਫਿਰ ਜਦੋਂ ਸਰਕਲ ਬਣ ਜਾਂਦਾ, ਕਾਫੀ ਫਰੈਂਡਸ ਮਿਲ ਕੇ ਘਰ ਆਪਣਾ ਲੈ ਲੈਂਦੇ, ਉਹਦੇ 'ਚ ਜਿਹੜਾ ਲਿਵਿੰਗ ਕਾਸਟ ਹੈ ਕਾਫੀ ਰਿਡਿਊਸ ਹੋ ਜਾਂਦਾ ਔਰ ਕੰਫਰਟ ਲੈਵਲ ਮਿਲ ਜਾਂਦਾ ਬੱਚੇ ਨੂੰ। ਕਈ ਵਾਰੀ ਇਹ ਵੀ ਦੇਖਿਆ ਗਿਆ ਜੀ ਜਿਹੜੇ ਕੁਝ ਏਜੰਟਸ ਨੇ ਸਿਰਫ ਵੀਜ਼ਾ ਲੈਣ ਤੱਕ ਮਤਲਬ ਹੈ ਬੱਚੇ ਨਾਲ, ਵੀਜ਼ਾ ਲੈ ਕੇ ਬੱਚਾ ਚਲਾ ਗਿਆ, ਉੱਥੇ ਕੋਈ ਪ੍ਰੋਬਲਮ ਆਈ, ਉਹਦੇ ਵਿੱਚ ਕੋਈ ਉਹਨਾਂ ਦਾ ਉੱਥੇ ਸੋਰਸ ਹੀ ਨਹੀਂ ਹੁੰਦਾ ਕਿਉਂਕਿ ਫਾਈਲ ਕਦੀ ਕਿਸੇ ਤੋਂ ਲਵਾਈ ਹੁੰਦੀ ਹੈ, ਡਾਇਰੈਕਟ ਆਈ ਅਪ ਨਹੀਂ ਹੁੰਦਾ। ਉਸ ਸੂਰਤ ਦੇ ਵਿੱਚ ਮੈਡਵੇ ਆਪਣੇ ਆਪ ਨੂੰ ਕਿੱਥੇ ਖੜਾ ਦੇਖਦਾ ਜੇ ਉੱਥੇ ਜਾ ਕੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ? ਅਸੀਂ ਮੈਡਵੇ ਤਾਂ ਹੀ ਅਸੀਂ ਆਪਣੇ ਆਫਿਸਿਸ ਨੂੰ ਜ਼ਿਆਦਾ ਫੋਕਸ ਕਰਦੇ ਹਾਂ ਔਰ ਏਜੰਟ ਨੈਟਵਰਕ ਨੂੰ ਜ਼ਿਆਦਾ ਫੋਕਸ ਨਹੀਂ ਕਰਦੇ ਅਸੀਂ ਬਿਲਕੁਲ ਵੀ। ਕਿਉਂਕਿ ਕੋਸ਼ਿਸ਼ ਅਗਰ ਫॉर ਐਗਜ਼ਾਮਪਲ ਕੋਈ ਟਰਸਟਡ ਸਾਡੇ ਏਜੰਟ ਨੈਟਵਰਕ ਵੀ ਹੈ, ਅਗਰ ਅਸੀਂ ਉਹਨਾਂ ਦੇ ਥਰੂ ਕੰਮ ਵੀ ਕਰਦੇ ਹਾਂ ਤਾਂ ਵੀ ਮੇਕ ਸ਼ੋਰ ਕਿ ਸਾਡੇ ਟੱਚ ਵਿਦ ਸਟੂਡੈਂਟ ਹੈ। ਇਹ ਕੋਈ ਸਟੂਡੈਂਟ ਇਹੋ ਜਿਹਾ ਕੋਈ ਵੀ ਨਹੀਂ ਹੋਏਗਾ ਜੋ ਸਟੂਡੈਂਟ ਸਿੱਧਾ ਚਲਾ ਗਿਆ ਔਰ ਸਾਨੂੰ ਪਤਾ ਹੀ ਨਹੀਂ ਲੱਗਿਆ। ਯੂ ਨੋ ਸਾਰੇ ਸਟੂਡੈਂਟ ਸਾਡੇ ਟੱਚ ਤੇ ਜਾਂ ਕਾਉਂਸਲਰਸ ਤੇ ਹੁੰਦੇ ਵੀ ਹੈ। ਇਨਫੈਕਟ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਬੱਚੇ ਉੱਥੇ ਚਲੇ ਗਏ ਉਹਦੇ ਬਾਅਦ ਸਾਡੀ ਡਿਊਟੀ ਖਤਮ ਹੋ ਗਈ। ਸਾਡੇ ਮੈਂਡੇਟਰੀ ਰਿਕੁਆਇਰਮੈਂਟ ਆ ਸਾਰੇ ਜਿੰਨੇ ਕਾਉਂਸਲਰਸ ਆ ਸਾਰੇ ਆਪਣੀ ਆਈਡੀਜ਼ ਸਟੂਡੈਂਟਸ ਨਾਲ ਓਪਨ ਕਰਦੇ, ਸਾਰੇ ਆਨਲਾਈਨ ਚੈਟਸ ਕਰਦੇ ਨੇ, ਚਾਹੇ ਜੀਮੇਲ ਤੇ ਹੋਏ ਚਾਹੇ ਫੇਸਬੁੱਕ ਤੇ, ਸਾਰੇ ਐਡਡ ਹੁੰਦੇ ਨੇ। ਸਟੂਡੈਂਟ ਨੂੰ ਕਦੀ ਵੀ ਕੋਈ ਦਿੱਕਤ ਆਏ ਉਸੇ ਟਾਈਮ ਫੇਸਬੁੱਕ ਤੇ ਕੰਟੈਕਟ ਕਰੇ ਜਾਂ WhatsApp ਤੇ ਕੰਟੈਕਟ ਨੰਬਰਸ ਤੇ ਹੁੰਦੇ ਉਹਦੇ 'ਚ ਕੰਟੈਕਟ ਕਰੇ ਜਾਂ ਥਰੂ ਈਮੇਲਸ ਕੰਟੈਕਟ ਕਰੇ, ਮੈਨੂੰ ਕੰਟੈਕਟ ਕਰ ਸਕਦਾ। ਮੇਰੇ ਦੋਨੋਂ ਆਈਡੀਜ਼ ਮੈਂ ਚੈੱਕ ਕਰਦਾ, ਇਨਫੋ ਵੀ ਔਰ ਜਗਜੀਤ ਵੀ, ਦੋਨੋਂ ਆਈਡੀਜ਼ ਤੋਂ ਓਪਨ ਹੁੰਦੇ ਨੇ। ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਔਰ ਬੇਸਿਕਲੀ ਜਿਹੜੇ ਕਾਲਜਸ ਨੂੰ ਅਸੀਂ ਸਟੂਡੈਂਟ ਭੇਜਦੇ ਹਾਂ ਕਾਲਜਸ ਨੂੰ ਵੀ ਪਤਾ ਹੁੰਦਾ ਹੈ ਕਿ ਇਹਨਾਂ ਨੇ ਪ੍ਰੋਪਰ ਕਾਉਂਸਲਿੰਗ ਕੀਤੀ ਹੋਈ ਤੇ ਉਹ ਵੀ ਟੇਕ ਕੇਅਰ ਕਰਦੇ ਨੇ। ਇਨਫੈਕਟ ਜਿੰਨੇ ਵੀ ਇੰਟਰਨੈਸ਼ਨਲ ਮਾਰਕੀਟਿੰਗ ਮੈਨੇਜਰ ਉਹ ਸਾਰੇ ਮੇਰੇ ਤੋਂ ਕਾਫੀ ਕਲੋਜ਼ ਨੇ। ਕੋਈ ਪ੍ਰੋਬਲਮ ਇਹੋ ਜਿਹੀ ਆਉਂਦੀ ਅੱਜ ਤੱਕ ਤਾਂ ਆਈ ਨਹੀਂ ਹੈ, ਅਗਰ ਆਏਗੀ ਵੀ ਤਾਂ ਮੈਨੂੰ ਪੂਰਾ ਕੌਨਫੀਡੈਂਸ ਹੈ ਕਿ ਉਹ ਸੌਟ ਆਊਟ ਹੋ ਜਾਏਗੀ। ਸੋ ਇਹ ਚੀਜ਼ ਕਾਊਂਟ ਕਰਦੇ ਇੱਕ ਬੱਚੇ ਲਈ ਜਿਹੜੇ ਐਡਵਾਂਟੇਜ ਹੈ
ਹੈ ਜਿਨ੍ਹਾਂ ਦੇ ਖੁਦ ਆਫਿਸਿਸ ਦੇ ਵਿੱਚ ਜਾਂ ਕਾਲਜਿਸ ਨਾਲ ਡਾਇਰੈਕਟ ਆਈ ਆਪਣੇ ਡਾਇਰੈਕਟ ਆਪ ਖੁਦ ਕੰਮ ਦੇਖ ਕੇ ਕਰਦੇ ਨੇ, ਘੱਟੋ ਘੱਟ ਤੁਹਾਡੇ ਜਾਣ ਵਾਲੇ ਜਿਹੜਾ ਇੱਕ ਬੱਚਾ ਹੈ ਜਿਹਨੇ ਪਹਿਲੀ ਵਾਰੀ ਬਾਹਰ ਨਿਕਲਣਾ ਹੈ ਇਕੱਲੇ ਇੰਡੀਪੈਂਡੈਂਟਲੀ, ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ, ਹਮੇਸ਼ਾ ਨਾਲ ਸਟੈਂਡ ਕਰਦੇ ਨੇ ਤੇ ਇੱਕ ਹੈਲਪਫੁਲ ਹੈਂਡ ਜਿਹੜਾ ਨਾਲ ਰਹਿੰਦਾ। ਸੋ ਹੁਣ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਕਾਫੀ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੇ ਨਿਊਜ਼ੀਲੈਂਡ ਨੂੰ ਕਲੀਅਰ ਕਰ ਸਕੀਏ, ਬਟ ਇੱਕ ਚੀਜ਼ ਮੈਂ ਜਾਣਨੀ ਚਾਹੁੰਦਾ ਕਿ 1 ਮਿੰਟ ਦਾ ਸਮਾਂ ਬਚਿਆ ਵੀ ਇਨਟੇਕਸ ਕਿਹੜੇ ਨੇ ਜਿਹਦੇ ਵਿੱਚ ਹੁਣ ਬੱਚੇ ਅਪਲਾਈ ਕਰ ਪਾਉਣਗੇ, ਕਿਉਂਕਿ ਅਕਤੂਬਰ ਆਲਮੋਸਟ ਖਤਮ ਹੋਣ ਜਾ ਰਿਹਾ। ਹਾਂਜੀ, ਕੀ ਕਹਿਣਾ ਬੱਚਿਆਂ ਲਈ, ਕੀ ਪੋਸੀਬਿਲਿਟੀਜ਼ ਨੇ, ਕਿਹੜੇ ਇਨਟੇਕਸ ਨੇ? ਨਵੰਬਰ ਇਨਟੇਕ ਵੀ ਹੈ ਜਿਨ੍ਹਾਂ ਦੀ ਫਾਈਲ ਆਲਮੋਸਟ ਰੈਡੀ ਹੈ, ਅਜੇ ਵੀ ਆਈਪੀਪੀ ਤੇ ਉਹ ਨਵੰਬਰ ਇਨਟੇਕ ਪ੍ਰੋਸੈਸ ਕਰ ਸਕਦੇ ਨੇ। ਉਹਦੇ ਬਾਅਦ ਆਲਮੋਸਟ ਸਾਰੇ ਕਾਲਜਸ ਦਾ ਬ੍ਰੇਕ ਹੋ ਜਾਂਦਾ ਹੈ ਦਸੰਬਰ ਕ੍ਰਿਸਮਸ ਵਾਸਤੇ, ਜਨਵਰੀ ਫਸਟ ਵੀਕ ਤੇ ਖੁੱਲਦਾ ਹੈ, ਤਾਂ ਉਹਦੇ ਬਾਅਦ ਫਿਰ ਤੁਸੀਂ 9 ਜਨਵਰੀ ਦਾ ਟਾਰਗੇਟ ਕਰੋ ਜਾਂ ਫਿਰ ਫੈਬਰੂਰੀ। ਇੱਕ ਚੀਜ਼ ਜੀ ਮੈਂ ਮੇਰੇ ਮਨ ਦੇ ਵਿੱਚ ਹੁਣੇ ਆਈ, ਜਿਵੇਂ ਤੁਸੀਂ ਹੌਲੀਡੇਜ਼ ਦੀ ਗੱਲ ਕੀਤੀ, ਜਿਹੜੇ ਬੱਚੇ ਆਲਰੇਡੀ ਪਹੁੰਚ ਗਏ ਉੱਥੇ ਜਾਂ ਪਹੁੰਚ ਜਾਣਗੇ ਡਿਊਰਿੰਗ ਹੌਲੀਡੇਜ਼ ਕੀ ਕਰਨਗੇ? ਉਹ ਵੀ ਕੰਮ ਪ੍ਰੋਪਰ ਫੁੱਲ ਟਾਈਮ ਕਰਨਗੇ ਜਾਂ 20 ਘੰਟੇ ਰਹੇਗਾ? ਫੁੱਲ ਟਾਈਮ ਜੌਬ ਕਰ ਸਕਦੇ ਨੇ ਹੌਲੀਡੇਜ਼ 'ਚ। ਤੇ ਜਿਹੜੇ ਸਟੂਡੈਂਟ ਹੁਣ ਜਾ ਰਹੇ ਉਹਨਾਂ ਵਾਸਤੇ ਬਹੁਤ ਵੱਡਾ ਐਡਵਾਂਟੇਜ ਆ, ਉਹ ਜਿਹੜੇ ਆਪਣਾ ਕਾਸਟ ਇਥੋਂ ਇਨਕਰ ਕਰਕੇ ਗਏ ਹੋਏ ਨੇ ਉੱਥੇ, ਉਹ ਉਹਨੂੰ ਰਿਕਵਰ ਕਰ ਸਕਦੇ ਨੇ। ਫੁੱਲ ਟਾਈਮ ਜੌਬ ਉੱਥੇ ਅਲਾਉਡ ਆ। ਇਨਫੈਕਟ ਅੱਜ ਕੱਲ੍ਹ ਜੇ ਪਾਲਿਸੀ ਜਿਹੜੀ ਚੇਂਜ ਹੋਈ ਹੈ ਕਾਫੀ ਪੁਰਾਣੀ ਹੋ ਗਈ ਆਲਮੋਸਟ, ਲੇਕਿਨ ਉਹਦੇ ਵਿੱਚ ਇਹ ਹੈ ਕਿ ਤੁਸੀਂ ਡਿਊਰਿੰਗ ਸਟੱਡੀ 20 ਆਵਰਸ ਕਰ ਸਕਦੇ ਹੋ, ਬਟ ਈਵਨ ਸੈਮੈਸਟਰ ਬ੍ਰੇਕਸ ਔਰ ਜਿਵੇਂ ਹੌਲੀਡੇਜ਼ ਕ੍ਰਿਸਮਸ ਦੀ ਆ ਰਹੀ ਹੈ, ਇਹ 'ਚ ਫੁੱਲ ਟਾਈਮ ਜੌਬ ਕਰ ਸਕਦੇ ਜੀ। ਸੋ ਮਨ ਦੇ ਵਿੱਚ ਕੋਈ ਵੀ ਡਾਊਟ ਬੱਚੇ ਨੂੰ, ਚਾਹੇ ਕੋਰਸ ਨੂੰ ਲੈ ਕੇ, ਕੰਟਰੀ ਨੂੰ ਲੈ ਕੇ, ਕਾਲਜ ਨੂੰ ਲੈ ਕੇ, ਕਿਸੇ ਤਰ੍ਹਾਂ ਦੀ ਵੀ ਮਨ ਦੇ ਵਿੱਚ ਕੋਈ ਕਨਫਿਊਜ਼ਨ ਆ ਰਹੀ ਹੈ ਤਾਂ ਮੈਡਵੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਕਰਨਾ ਕੀ ਹੈ ਜੀ, ਟੀਵੀ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰਨੀ ਹੈ, ਨੰਬਰ ਬਿਜ਼ੀ ਹੈ, ਮੈਸੇਜ ਕਰ ਸਕਦੇ ਹੋ ਜਾਂ ਇਹਨਾਂ ਦੇ ਐਡਰੈਸ ਆਫਿਸ ਤੇ ਵਿਜ਼ਿਟ ਕਰਕੇ ਜਾਣਕਾਰੀ ਜਿਹੜੀ ਉਹ ਲਈ ਜਾ ਸਕਦੀ ਹੈ। ਜਗਜੀਤ ਜੀ, ਅੱਜ ਦੇ ਸ਼ੋਅ ਦੇ ਵਿੱਚ ਆਉਣ ਲਈ ਇੰਨੀਆਂ ਵਧੀਆ ਗੱਲਾਂ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ ਜਿਨ੍ਹਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤਾਂ ਮਨੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।